ਤੁਸੀਂ ਯਕੀਨ ਨਹੀਂ ਕਰੋਗੇ 10 ਸਾਲ ਮੈਂ ਆਪਣੀ ਥੀਸਿਸ ਨੂੰ ਪਬਲਿਸ਼ ਕਰਨ ਦੇ ਵਾਸਤੇ ਪਰਮਿਸ਼ਨ ਲੈਂਦੀ ਰਹੀ। ਮੈਨੂੰ ਹਿਸਟਰੀ ਡਿਪਾਰਟਮੈਂਟ ਦੇ ਵਿੱਚ ਥੀਸਿਸ ਪਬਲਿਸ਼ ਕਰਨ ਦੀ ਇਜਾਜ਼ਤ ਨਹੀਂ ਮਿਲੀ। ਏਕਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦਮਨਪ੍ਰੀਤ ਕੌਰ ਸਵਾਗਤ ਕਰਦੀ ਹਾਂ। ਦਰਸ਼ਕੋ, ਕਈ ਇਨਸਾਨਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਸੰਘਰਸ਼ ਹੁੰਦਾ ਹੈ। ਉਹ ਇਹਨਾਂ ਸੰਘਰਸ਼ਾਂ ਦਾ ਸਾਹਮਣਾ ਕਰਦਿਆਂ ਹੋਇਆਂ ਜ਼ਿੰਦਗੀ ਦੇ ਵਿੱਚ ਅਗਾਂਹ ਵਧਦੇ ਹੈ। ਅੱਜ ਜਿਸ ਸ਼ਖਸੀਅਤ ਨੂੰ ਅਸੀਂ ਤੁਹਾਡੇ ਰੂਬਰੂ ਕਰਾਉਣ ਜਾ ਰਹੇ ਹਾਂ, ਉਹਨਾਂ ਦੀ ਜ਼ਿੰਦਗੀ ਵਿੱਚ ਵੀ ਬਹੁਤ ਜ਼ਿਆਦਾ ਸੰਘਰਸ਼ ਰਿਹਾ ਹੈ, ਪਰ ਉਹ ਇਹਨਾਂ ਸੰਘਰਸ਼ਾਂ ਅੱਗੇ ਹਾਰੇ ਨਹੀਂ, ਸਗੋਂ ਇਹਨਾਂ ਦਾ ਡਟ ਕੇ ਮੁਕਾਬਲਾ ਕੀਤਾ ਤੇ ਆਪਣੀ ਜ਼ਿੰਦਗੀ ਦੇ ਵਿੱਚ ਅਗਾਂਹ ਵਧਦੇ ਰਹੇ ਅਤੇ ਪ੍ਰੋਫੈਸਰ ਦੇ ਅਹੁਦੇ ਤੋਂ ਰਿਟਾਇਰਡ ਹੋਏ। ਜੀ ਹਾਂ, ਮੈਂ ਗੱਲ ਕਰ ਰਹੀ ਹਾਂ ਮੈਡਮ ਮੰਜੂ ਵਰਮਾ ਹੋਰਾਂ ਦੀ। ਆਓ ਕਰਦੇ ਹਾਂ ਉਹਨਾਂ ਦੇ ਨਾਲ ਗੱਲਬਾਤ। ਮੈਡਮ, ਏਕਮ ਟੀਵੀ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਥੈਂਕ ਯੂ ਤੁਹਾਡਾ ਬਹੁਤ-ਬਹੁਤ। ਮੈਂ ਸਭ ਤੋਂ ਪਹਿਲਾਂ ਤਾਂ ਏਕਮ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਮੈਂ ਏਕਮ ਚੈਨਲ ਦਾ ਬਹੁਤ ਧੰਨਵਾਦ ਕਰਦੀ ਹਾਂ ਤੇ ਖਾਸ ਤੌਰ ਤੇ ਮੈਂ ਦਮਨ ਜੀ ਦਾ ਬਹੁਤ ਧੰਨਵਾਦ ਕਰਦੀ ਹਾਂ ਕਿ ਤੁਸੀਂ ਮੈਨੂੰ ਇੰਨਾ ਮਾਣ ਦਿੱਤਾ ਕਿ ਤੁਸੀਂ ਮੇਰੇ ਕੋਲ ਉਚੇਚਾ ਚੱਲ ਕੇ ਆਏ ਹੋ ਮੇਰੇ ਬਾਰੇ ਪੁੱਛਣ ਦੇ ਲਈ। ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਮੈਡਮ, ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਤੁਹਾਡੀ ਉਮਰ 66 ਸਾਲ ਦੇ ਕਰੀਬ ਹੋ ਚੁੱਕੀ ਹੈ। ਤੁਸੀਂ ਜਿਸ ਦੌਰ ਦੇ ਵਿੱਚ ਸਿੱਖਿਆ ਹਾਸਲ ਕੀਤੀ, ਉਸ ਸਮੇਂ ਕੁੜੀਆਂ ਨੂੰ ਬਹੁਤ ਘੱਟ ਪੜ੍ਹਾਇਆ ਜਾਂਦਾ ਸੀ। ਤੁਹਾਡੇ ਘਰ ਦਾ ਮਾਹੌਲ ਕਿਹੋ ਜਿਹਾ ਸੀ ਤੇ ਜਿਸ ਸੰਸਥਾ ਤੋਂ ਤੁਸੀਂ ਸਿੱਖਿਆ ਹਾਸਲ ਕੀਤੀ ਉਸ ਦਾ ਮਾਹੌਲ ਕਿਵੇਂ ਦਾ ਸੀ? ਇਸ ਤਰ੍ਹਾਂ ਹੈ ਕਿ ਮੈਂ ਤਾਂ ਇੱਕ ਬਹੁਤ ਹੀ ਸਿੱਖਿਅਤ ਪਰਿਵਾਰ ਨੂੰ ਬਿਲੋਂਗ ਕਰਦੀ ਹਾਂ। ਮੇਰੇ ਜਿਹੜੇ ਦਾਦਾ ਜੀ ਨੇ ਉਹ ਪ੍ਰੀ ਪਾਰਟੀਸ਼ਨ ਦੇ ਵਿੱਚ ਹੈਡਮਾਸਟਰ ਸੀ ਉੱਥੇ ਪਾਕਿਸਤਾਨ ਦੇ ਵਿੱਚ। ਅਤੇ ਇੱਥੋਂ ਤੱਕ ਕਿ ਜਦੋਂ ਔਰਤਾਂ ਨੂੰ ਕੋਈ ਸਿੱਖਿਆ ਦਾ ਅਧਿਕਾਰ ਨਹੀਂ ਸੀਗਾ, ਨਾ ਹੀ ਉਹਨਾਂ ਨੂੰ ਕੋਈ ਬਹੁਤੀ ਓਪਰਚੁਨਿਟੀ ਮਿਲਦੀ ਸੀ। ਅਤੇ ਮੇਰੇ ਦਾਦੀ ਜੀ ਵੀ ਇੱਕ ਸਕੂਲ ਟੀਚਰ ਸੀ ਉੱਥੇ ਪ੍ਰੀ ਪਾਰਟੀਸ਼ਨ ਦੇ ਵਿੱਚ ਪਾਕਿਸਤਾਨ ਦੇ ਵਿੱਚ। ਅਤੇ ਜਦੋਂ ਉਹ ਪਾਰਟੀਸ਼ਨ ਹੋਈ, ਪੰਜਾਬ ਦੀ ਵੰਡ ਹੋਈ, ਭਾਰਤ ਆਜ਼ਾਦ ਹੋਇਆ, ਅਤੇ ਉਹਨਾਂ ਨੂੰ ਉੱਥੇ ਉਹ ਫਿਰੋਜ਼ਪੁਰ ਦੇ ਵਿੱਚ ਉਹਨਾਂ ਦੀ ਟਰਾਂਸਫਰ ਕਰ ਦਿੱਤੀ ਗਈ। ਉੱਥੇ ਉਹਨਾਂ ਨੂੰ ਘਰ ਮਿਲਿਆ ਰਹਿਣ ਵਾਸਤੇ ਅਤੇ ਉੱਥੇ ਫਿਰੋਜ਼ਪੁਰ ਦੇ ਵਿੱਚ ਮੇਰਾ ਜਨਮ ਸਥਾਨ ਹੈ। ਅਤੇ ਮੈਂ ਕਿਉਂਕਿ ਸਿੱਖਿਅਤ ਪਰਿਵਾਰ ਨੂੰ ਬਿਲੋਂਗ ਕਰਦੀ ਹਾਂ, ਇਸ ਕਰਕੇ ਸਾਡੇ ਘਰਾਂ ਦੇ ਵਿੱਚ ਤਾਂ ਸਿੱਖਿਆ ਦੀ ਬਹੁਤ ਇੰਪੋਰਟੈਂਸ ਸੀ। ਲੜਕੀਆਂ ਖਾਸ ਤੌਰ 'ਤੇ ਉਹਨਾਂ ਨੂੰ ਪੜ੍ਹਨ ਦੇ ਵਾਸਤੇ ਉਤਸ਼ਾਹਿਤ ਕੀਤਾ ਜਾਂਦਾ ਸੀ। ਅਤੇ ਮੇਰੀ ਜਿਹੜੀ ਮੁੱਢਲੀ ਸਿੱਖਿਆ ਹੈ ਉਹ ਘਣੂਆ ਪਿੰਡ ਤੋਂ ਸ਼ੁਰੂ ਹੋਈ ਹੈ। ਇੱਕ ਛੋਟਾ ਜਿਹਾ ਪਿੰਡ ਹੈ, ਰਸਤੇ 'ਚ ਤੁਸੀਂ ਲੁਧਿਆਣਾ ਜਾਓ ਅਤੇ ਰਸਤੇ ਵਿੱਚ ਪੈਂਦਾ। ਅਤੇ ਉੱਥੇ ਮੇਰੇ ਫਾਦਰ ਸਾਹਿਬ ਜਿਹੜੇ ਨੇ ਉਹ ਉੱਥੇ ਹੈਡਮਾਸਟਰ ਸੀਗੇ ਘਣੂਆ ਪਿੰਡ ਦੇ ਵਿੱਚ। ਸਰਕਾਰੀ ਸਕੂਲ ਹੈ ਉੱਥੇ ਘਣੂਆ ਦੇ ਵਿੱਚ। ਅਤੇ ਉੱਥੇ ਇੱਕ ਕੁੜੀਆਂ ਦਾ ਸਕੂਲ ਵੀ ਹੈ, ਉਹ 8ਵੀਂ ਤੱਕ ਹੈ। ਅਤੇ ਹੁਣ ਸ਼ਾਇਦ ਉਹ ਹੋ ਗਿਆ ਹੋਵੇ, 10ਵੀਂ ਤੱਕ ਹੋ ਗਿਆ ਹੋਵੇ, ਲੇਕਿਨ ਉਸ ਵੇਲੇ 8ਵੀਂ ਤੱਕ ਸੀ। ਅਤੇ ਜਿਹੜਾ ਮੇਰੇ ਫਾਦਰ ਸਾਹਿਬ ਦਾ ਸਕੂਲ ਸੀ ਉਹ 10ਵੀਂ ਤੱਕ ਸੀਗਾ। ਅਤੇ ਮੈਂ ਇਕੱਲੀ ਕੁੜੀ ਸੀ ਉੱਥੇ ਸਕੂਲ ਦੇ ਵਿੱਚ, ਜਿਹਨੂੰ ਉਹਨਾਂ ਨੇ ਮੁੰਡਿਆਂ ਦੇ ਸਕੂਲ ਦੇ ਵਿੱਚ, ਆਪਣੇ ਹੀ ਸਕੂਲ ਦੇ ਵਿੱਚ ਦਾਖਲ ਕਰਾਇਆ। ਔਰ ਤੁਸੀਂ ਇਹ ਸੁਣ ਕੇ ਬੜੇ ਹੈਰਾਨ ਹੋਵੋਗੇ ਕਿ ਜਦੋਂ ਉਹਨਾਂ ਨੇ ਮੈਨੂੰ ਸਕੂਲ ਦੇ ਵਿੱਚ ਦਾਖਲ ਕਰਾਇਆ, ਉਹਨਾਂ ਨੇ ਸਕੂਲ ਦੇ ਵਿੱਚ ਲੱਡੂ ਵੰਡੇ ਕਿ ਮੇਰੀ ਕੁੜੀ ਅੱਜ ਸਕੂਲ ਪੜ੍ਹਨ ਗਈ ਹੈ। ਅਤੇ ਉਹਨਾਂ ਨੇ ਲੱਡੂ ਵੰਡੇ, ਇੱਥੋਂ ਤੱਕ ਕਿ ਜਿਹੜਾ ਜਿਸ ਟੀਚਰ ਨੇ ਮੈਨੂੰ ਪੜ੍ਹਾਉਣਾ ਸੀ ਉਹਨੂੰ ਧੋਤੀ ਕੁੜਤਾ ਦਿੱਤਾ। ਅਤੇ ਇਹ ਬੜੀ ਵੱਡੀ ਗੱਲ ਸੀ ਕਿ ਲੋਕ ਪਤਾ ਨਹੀਂ ਮੁੰਡਿਆਂ ਵਾਸਤੇ ਵੀ ਕਰਦੇ ਸੀ ਕਿ ਨਹੀਂ ਕਰਦੇ ਸੀ, ਲੇਕਿਨ ਉਹਨਾਂ ਨੇ ਮੇਰੀ ਜਿਹੜੀ ਸਕੂਲ ਦੀ ਸ਼ੁਰੂਆਤ ਹੈ, ਮੁੱਢਲੀ ਸਿੱਖਿਆ ਹੈ, ਉਹ ਪਿੰਡ ਦੇ ਵਿੱਚ ਸ਼ੁਰੂ ਹੋਈ ਔਰ ਇੰਨੀ ਖੁਸ਼ੀ ਦੇ ਨਾਲ ਸ਼ੁਰੂ ਹੋਈ। ਸ਼ਾਇਦ ਇਸੇ ਕਰਕੇ ਉਹਨਾਂ ਦੀਆਂ ਬਲੈਸਿੰਗਸ ਨੇ ਕਿ ਮੈਂ ਇੱਥੋਂ ਤੱਕ ਪਹੁੰਚ ਪਾਈ ਔਰ ਮੈਂ ਹਾਈ ਐਜੂਕੇਸ਼ਨ ਜਿਹੜੀ ਹੈ ਉਹ ਹਾਸਲ ਕਰ ਪਾਈ। ਵੈਸੇ ਮੈਨੂੰ ਚੰਗਾ ਵੀ ਬੜਾ ਲੱਗਦਾ ਸੀ ਉੱਥੇ ਪਿੰਡ ਦੇ ਵਿੱਚ, ਕਿਉਂਕਿ ਮੈਂ ਇਕੱਲੀ ਕੁੜੀ ਸੀ ਅਤੇ ਮੈਨੂੰ ਥੋੜ੍ਹਾ ਜਿਹਾ ਉੱਥੇ ਮੁੰਡਿਆਂ ਦੇ ਨਾਲ ਪੜ੍ਹ ਕੇ ਇੱਕ ਇਨਕਰੇਜਮੈਂਟ ਵੀ ਹੁੰਦੀ ਸੀ ਕਿ ਮੈਂ ਉਹਨਾਂ ਦਾ ਮੁਕਾਬਲਾ ਕਰ ਸਕਦੀ ਹਾਂ, ਉਹਨਾਂ ਦੀ ਬਰਾਬਰ ਖੜੀ ਹੋ ਸਕਦੀ ਹਾਂ। ਅਤੇ ਮੈਂ ਪੰਜਾਬੀ 'ਚ ਉੱਥੇ ਊੜਾ ਆੜਾ ਲਿਖਣਾ ਸ਼ੁਰੂ ਕੀਤਾ ਜੀ। ਔਰ 6ਵੀਂ ਤੱਕ ਮੇਰੀ ਜਿਹੜੀ ਫਸਟ ਲੈਂਗੁਏਜ ਹੈ ਉਹ ਪੰਜਾਬੀ ਰਹੀ। ਫਿਰ ਕਿਉਂਕਿ 1966 ਦੇ ਵਿੱਚ ਪੰਜਾਬ ਬਣ ਗਿਆ ਸੀਗਾ, ਪੰਜਾਬ ਹਰਿਆਣਾ ਅਲੱਗ ਹੋ ਗਏ ਸੀ। ਅਤੇ ਮੇਰੇ ਫਾਦਰ ਨੂੰ ਔਰ ਮਦਰ ਨੂੰ ਉਹ ਦੋਨੋਂ ਇੱਕੋ ਹੀ ਸਕੂਲ ਦੇ ਵਿੱਚ ਸੀ। ਮੇਰੇ ਮਦਰ ਵੀ ਸਕੂਲ ਟੀਚਰ ਰਹੇ ਨੇ ਅਤੇ ਉਹਨਾਂ ਨੂੰ ਫਿਰ ਹਰਿਆਣਾ ਮਿਲ ਗਿਆ ਅਤੇ ਅਸੀਂ ਫਿਰ ਚੰਡੀਗੜ੍ਹ ਆ ਕੇ ਸੈਟਲ ਹੋ ਗਏ। ਅਤੇ ਇੱਥੇ ਮੈਂ ਜਿਹੜੀ 7ਵੀਂ ਜਮਾਤ ਹੈ ਉਹ 21 ਸੈਕਟਰ ਦੇ ਸਕੂਲ ਤੋਂ ਕੀਤੀ, 8ਵੀਂ ਵੀ ਉੱਥੋਂ 21 ਸੈਕਟਰ ਤੋਂ ਕੀਤੀ। ਫਿਰ ਮੈਂ 9ਵੀਂ 10ਵੀਂ 11ਵੀਂ ਉਦੋਂ ਜਿਹੜੀ ਮੈਟ੍ਰਿਕ ਹੈ ਉਹ ਪੰਜਾਬ ਯੂਨੀਵਰਸਿਟੀ ਦੇ ਅੰਡਰ ਹੁੰਦੀ ਸੀ। ਅਤੇ ਮੈਂ 69 ਦੇ ਵਿੱਚ ਮੈਂ ਪੰਜਾਬ ਯੂਨੀਵਰਸਿਟੀ ਦੀ ਲਾਸਟ ਮੈਟ੍ਰਿਕੂਲੇਟ ਹਾਂ। ਮੈਨੂੰ ਪੰਜਾਬ ਯੂਨੀਵਰਸਿਟੀ ਨੇ ਇਸ ਗੱਲ 'ਤੇ ਸਨਮਾਨ ਵੀ ਦਿੱਤਾ ਕਿ ਉਹਨਾਂ ਨੇ ਨਾ 69 ਬੈਚ ਦੇ ਲਾਸਟ ਮੈਟ੍ਰਿਕੂਲੇਟਸ ਨੂੰ, ਮੈਟ੍ਰਿਕੂਲੇਸ਼ਨ ਦੇ ਜਿਹੜੇ ਲੋਕ ਸੀਗੇ, ਐਲੂਮਨਾਈ ਸੀ, ਉਹਨਾਂ ਸਾਰਿਆਂ ਨੂੰ ਪੰਜਾਬ ਯੂਨੀਵਰਸਿਟੀ ਨੇ ਸਨਮਾਨਿਤ ਕੀਤਾ। ਉਹਨਾਂ ਵਿੱਚੋਂ ਇੱਕ ਮੈਂ ਵੀ ਸੀਗੀ। ਅਤੇ ਸੋ ਆਈ ਐਮ ਲਾਸਟ ਪ੍ਰੋਡਕਟ ਆਫ ਲਾਸਟ ਮੈਟ੍ਰਿਕੂਲੇਟ ਆਫ ਪੰਜਾਬ ਯੂਨੀਵਰਸਿਟੀ।
ਤੇ ਇਹ ਮੇਰਾ ਘਰ ਦਾ ਉਹ ਸੀਗਾ। ਫਿਰ BA ਇੱਥੋਂ ਹੀ ਕੀਤੀ, ਪੰਜਾਬ ਯੂਨੀਵਰਸਿਟੀ ਤੋਂ ਕੀਤੀ, ਗਵਰਨਮੈਂਟ ਕਾਲਜ 11 ਤੋਂ ਕੀਤੀ। MA ਮੈਂ ਇੱਥੋਂ ਚੰਡੀਗੜ੍ਹ ਤੋਂ ਹੀ ਕੀਤੀ ਹੈ, ਪੰਜਾਬ ਯੂਨੀਵਰਸਿਟੀ ਤੋਂ, ਹਿਸਟਰੀ ਡਿਪਾਰਟਮੈਂਟ ਤੋਂ ਜੀ। PhD ਵੀ ਇੱਥੋਂ ਕੀਤੀ ਹੈ। ਤੇ ਇਹ ਮੇਰੀ ਸਾਰੀ ਜਿਹੜੀ ਸਿੱਖਿਆ ਹੈ। ਵੈਸੇ ਉਸ ਵੇਲੇ ਲੋਕ ਬਹੁਤੇ ਕੋਈ ਇੰਨੇ ਲੜਕੀਆਂ ਦੀ ਸਿੱਖਿਆ ਵਾਸਤੇ ਇੰਨੇ ਪਾਰਟਿਕੂਲਰ ਨਹੀਂ ਹੁੰਦੇ ਸੀ, ਪਰ ਕਿਉਂਕਿ ਮੇਰੇ ਘਰ ਦਾ ਮਾਹੌਲ ਇੱਦਾਂ ਦਾ ਸੀ, ਮੇਰੇ ਆਪ ਮਦਰ ਵੀ ਪ੍ਰਿੰਸੀਪਲ ਰਿਟਾਇਰ ਹੋਏ ਨੇ, ਦਾਦੀ ਜੀ ਜਿਸ ਤਰ੍ਹਾਂ ਮੈਂ ਦੱਸਿਆ ਉਹ ਵੀ ਸਕੂਲ ਟੀਚਰ ਸੀ। ਸੋ ਸਾਡੇ ਘਰਾਂ ਦੇ ਵਿੱਚ ਤਾਂ ਕੁੜੀਆਂ ਨੂੰ ਪੂਰੀ ਸਿੱਖਿਆ ਦਾ ਪੂਰਾ ਅਧਿਕਾਰ ਸੀ, ਔਰ ਉਦੋਂ ਤੱਕ ਉਹਨਾਂ ਦਾ ਵਿਆਹ ਨਹੀਂ ਕਰਦੇ ਸੀ ਵੀ ਜਦ ਤੱਕ ਉਹ ਫੁੱਲੀ ਐਜੂਕੇਟਿਡ ਨਾ ਹੋ ਜਾਣ। ਜੀ ਮੈਮ, ਜਿਵੇਂ ਤੁਸੀਂ ਕਿ ਦੱਸਿਆ ਕਿ ਤੁਸੀਂ ਪਿੰਡ ਦੇ ਸਕੂਲ ਤੋਂ ਜਿਹੜਾ ਹੈ ਆਪਣੀ ਮੁੱਢਲੀ ਸਿੱਖਿਆ ਹਾਸਲ ਕੀਤੀ ਸੀ, ਉਸ ਤੋਂ ਬਾਅਦ ਜਦੋਂ ਤੁਸੀਂ ਚੰਡੀਗੜ੍ਹ ਆਏ ਤਾਂ ਤੁਹਾਨੂੰ ਕਿਹੋ ਜਿਹਾ ਮਾਹੌਲ ਮਿਲਿਆ, ਆਸ-ਪਾਸ ਦੇ ਸਾਥੀ ਜਿਹੜੇ ਆ ਉਹ ਤੁਹਾਨੂੰ ਕਿਵੇਂ ਦੇ ਮਿਲੇ? ਹਾਂ, ਥੋੜ੍ਹਾ ਜਿਹਾ, ਕਿਉਂਕਿ ਮੈਂ ਉੱਥੋਂ ਪੰਜਾਬੀ ਪੜ੍ਹਦੀ ਸੀ, ਪੰਜਾਬੀ ਮੇਰਾ ਫਸਟ ਮੀਡੀਅਮ ਸੀ। ਅਤੇ ਇੱਥੇ ਮੈਨੂੰ ਜਦੋਂ ਮੈਂ 7ਵੀਂ ਦੇ ਵਿੱਚ ਦਾਖਲ ਹੋਈ, ਨੈਚੁਰਲੀ ਮੇਰੀ ਪੰਜਾਬੀ ਬਹੁਤ ਅੱਛੀ ਸੀਗੀ, ਅਤੇ ਅੰਗਰੇਜ਼ੀ ਜਿਹੜੀ ਹੈ ਉਹ ਤਾਂ 6ਵੀਂ ਦੇ ਵਿੱਚ A ਫॉर ਐਪਲ ਵਾਲੇ ਸਿੱਖਿਆ ਸੀਗਾ। ਅਤੇ ਇੱਥੇ ਜਦੋਂ 7ਵੀਂ ਦੇ ਵਿੱਚ ਮੈਂ 21 ਸੈਕਟਰ ਸਕੂਲ ਦੇ ਵਿੱਚ ਦਾਖਲ ਹੋਈ, ਉੱਥੇ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਮਾਈ ਬੈਸਟ ਫਰੈਂਡ ਦੇ ਐਸੇ ਲਿਖੋ। ਮੈਨੂੰ ਕਿੱਥੋਂ ਆਉਣਾ ਸੀਗਾ, ਮੈਂ ਤਾਂ ਹਾਲੇ ABC ਲਿਖਣੀ ਸਿੱਖੀ ਸੀ ਉੱਥੇ ਪਿੰਡ ਦੇ ਸਕੂਲ ਦੇ ਵਿੱਚ, ਅਤੇ ਉਹ ਮੈਂ ਲਿਖ ਨਾ ਸਕੀ। ਉਹਨਾਂ ਨੇ ਮੇਰੇ ਕਾਪੀ ਦੇ ਉੱਤੇ ਨੋਟ ਚੜ੍ਹਾਤਾ ਮੈਡਮ ਨੇ ਮੇਰੇ ਫਾਦਰ ਲਈ, ਪਲੀਜ਼ ਸੀ ਮੀ। ਮੈਨੂੰ ਇਹ ਵੀ ਨਹੀਂ ਸੀ ਪਤਾ ਕਿ ਪਲੀਜ਼ ਸੀ ਮੀ ਦਾ ਮਤਲਬ ਕੀ ਹੁੰਦਾ। ਮੈਂ ਫਿਰ ਆਪਣੇ ਫਾਦਰ ਨੂੰ ਆ ਕੇ ਪੁੱਛਿਆ ਚੱਕਦੇ ਹੋਏ ਕਿ ਵੀ ਇਹ ਮੈਂ ਪਲੀਜ਼ ਸੀ ਮੀ ਲਿਖਿਆ। ਕਹਿੰਦੇ ਦਿਖਾ ਬੇਟਾ। ਫਿਰ ਉਹ ਮੇਰੀ ਪ੍ਰਿੰਸੀਪਲ ਨੂੰ ਮਿਲੇ ਜੀ, ਉਹਨਾਂ ਨੂੰ ਦੱਸਿਆ ਕਿ ਵੀ ਇਸ ਤਰ੍ਹਾਂ ਉੱਥੇ ਤੇ ਪੰਜਾਬੀ ਮੀਡੀਅਮ ਸੀ, ਉੱਥੇ ਤੇ ਹਾਲੇ ABC ਲਿਖਣੀ ਸਿਖਾ ਰਹੇ ਸੀਗੇ, ਅਤੇ ਉਹ ਬੈਸਟ ਫਰੈਂਡ ਦਾ ਐਸੇ ਕਿੱਥੋਂ ਲਿਖ ਲਏਗੀ। ਕੋਈ ਗੱਲ ਨਹੀਂ, ਅਸੀਂ ਇਹ ਪੂਰਾ ਖਿਆਲ ਰੱਖਾਂਗੇ ਤਾਂ ਕਿ ਇਹ। ਅਤੇ ਬਾਕੀ ਮੈਂ ਉੱਥੇ ਜਦੋਂ ਪੰਜਾਬੀ ਬੋਲਦੀ ਸੀ ਅਤੇ ਲੋਕ ਮੈਨੂੰ ਕਦੀ ਜੱਟੀ ਕਹਿੰਦੇ ਸੀਗੇ, ਕਦੀ ਮੈਨੂੰ ਕੋਈ ਉਹ ਕਰਦੇ ਸੀਗੇ, ਕਿਉਂਕਿ ਮੈਂ ਠੇਠ ਪੰਜਾਬੀ ਬੋਲਦੀ ਸੀ। ਹੁਣ ਵੀ ਅੱਜ ਵੀ ਮੈਨੂੰ ਪੰਜਾਬੀ ਬੋਲਣਾ ਬਹੁਤ ਅੱਛਾ ਲੱਗਦਾ ਹੈ, ਮੈਨੂੰ ਪੰਜਾਬੀ 'ਚ ਲਿਖਣਾ ਬਹੁਤ ਅੱਛਾ ਲੱਗਦਾ ਹੈ। ਸੋ ਆਈ ਲਵ ਪੰਜਾਬੀ ਜੀ। ਮੈਨੂੰ ਲੱਗਦਾ ਵੀ ਉੱਥੇ ਪਿੰਡ ਦੇ ਸਕੂਲ 'ਚ ਪੰਜਾਬੀ ਸਿੱਖ ਕੇ ਮੈਨੂੰ ਇੱਕ ਬਹੁਤ ਵੱਡਾ ਪਲੱਸ ਪੁਆਇੰਟ ਵੀ ਮਿਲਿਆ ਕਿ ਮੈਨੂੰ ਅੱਛੀ ਪੰਜਾਬੀ ਆਉਂਦੀ ਹੈ। ਦੂਜਾ ਜਿਹੜਾ ਪਿੰਡ ਦਾ ਰਹਿਣੀ ਬਹਿਣੀ, ਉੱਥੋਂ ਦੀ ਸਾਦਗੀ, ਉਹ ਮੈਨੂੰ ਬਹੁਤ ਪਸੰਦ ਆਈ ਹੈ। ਅੱਜ ਵੀ ਮੇਰਾ ਜੀ ਕਰਦਾ ਮੈਂ ਘੜੂਆ ਪਿੰਡ ਵਿੱਚ ਜਾਵਾਂ, ਉੱਥੇ ਜਾ ਕੇ ਹੋ ਸਕਦਾ ਮੈਨੂੰ ਕੋਈ ਪੁਰਾਣੇ ਲੋਕ ਮਿਲ ਜਾਣ ਅਤੇ ਮੈਂ ਉਹਨਾਂ ਨੂੰ ਮਿਲ ਕੇ ਆਵਾਂ। ਮੈਨੂੰ ਬਹੁਤ ਅੱਛਾ ਲੱਗਿਆ ਉੱਥੇ ਪਿੰਡ ਦੇ ਵਿੱਚ ਰਹਿਣਾ ਔਰ ਉੱਥੇ ਸਕੂਲ ਦੇ ਵਿੱਚ ਪੜ੍ਹਨਾ। ਨਾਲੇ ਸਾਡੇ ਟੀਚਰ ਵੀ ਬੜੇ ਸਟ੍ਰਿਕਟ ਹੁੰਦੇ ਸੀਗੇ, ਬਲਕਿ ਅੱਜ ਦੇ ਜਿਹੜੇ ਟੀਚਰਸ ਨੇ ਉਹਨਾਂ ਨਾਲੋਂ ਜ਼ਿਆਦਾ ਅੱਛੇ ਉਹ ਸੀ ਜੀ। ਔਰ ਅਸੀਂ ਟਾਟ ਦੇ ਸਕੂਲਾਂ 'ਤੇ ਬੈਠਦੇ, ਉਹਦੇ ਟਾਟ ਵਾਲੇ ਸਾਡੇ ਸਕੂਲ ਸੀ, ਟਾਟ 'ਤੇ ਬੈਠਦੇ ਸੀ, ਕੋਈ ਬੈਂਚ ਨਹੀਂ ਹੁੰਦੇ ਸੀਗੇ। ਨਾਲੇ ਜਿਹੜੇ ਸਾਡੇ ਸਕੂਲ ਨੇ ਉਹ ਧਰਮਸ਼ਾਲਾ 'ਚ ਹੁੰਦੇ ਸੀ। ਜਦੋਂ ਕੋਈ ਪਿੰਡ ਦੇ ਵਿੱਚ ਵਿਆਹ ਸ਼ਾਦੀ ਹੋਣਾ, ਸਕੂਲ ਛੁੱਟੀ ਹੋ ਜਾਣੀ, ਅਤੇ ਅਸੀਂ ਬੜਾ ਇੰਜੋਏ ਕਰਦੇ ਸੀਗੇ ਜੀ। ਮੈਮ, ਜਦੋਂ ਤੁਸੀਂ ਆਪਣੀ ਸਾਰੀ ਸਿੱਖਿਆ ਹਾਸਲ ਕਰ ਰਹੀ, ਉਸ ਤੋਂ ਬਾਅਦ ਸੁਭਾਵਕ ਹੈ ਕਿ ਤੁਸੀਂ ਨੌਕਰੀ ਕਰਨ ਬਾਰੇ ਸੋਚਿਆ ਹੋਣਾ। ਹੁਣ ਸਾਡੇ ਦਰਸ਼ਕਾਂ ਦੇ ਨਾਲ ਆਪਣੇ ਨੌਕਰੀ ਦੇ ਸਫ਼ਰ ਬਾਰੇ ਦੱਸੋ। ਹਾਂਜੀ, ਮੈਂ ਜਿਹੜੀ ਮੇਰੀ ਫਸਟ ਜੌਬ ਹੈ ਉਹ MCM DAV ਕਾਲਜ ਤੋਂ ਸ਼ੁਰੂ ਹੋਈ। ਮੈਂ ਉੱਥੇ 76 ਦੇ ਵਿੱਚ, ਜਨਵਰੀ 76 ਦੇ ਵਿੱਚ, ਉੱਥੇ ਮੇਹਰ ਚੰਦ ਮਹਾਜਨ ਕਾਲਜ ਹੈ 36 ਸੈਕਟਰ ਦੇ ਵਿੱਚ, ਉੱਥੇ ਮੈਂ ਅਡਹੌਕ ਜਿਹੜੀ ਹੈ ਉਹ ਆਪਣੀ ਜੌਬ ਸ਼ੁਰੂ ਕੀਤੀ। ਪਰ ਬਾਅਦ ਦੇ ਵਿੱਚ ਮੈਂ ਰੈਗੂਲਰ ਵੀ ਹੋ ਗਈ, ਪਰ ਮੈਂ 79 ਦੇ ਵਿੱਚ ਜੌਬ ਰਿਜ਼ਾਈਨ ਕਰ ਦਿੱਤੀ ਸੀ, ਕਿਉਂਕਿ ਮੇਰੇ ਹਸਬੈਂਡ ਜਿਹੜੇ ਨੇ ਉਹ UP ਦੇ ਵਿੱਚ, UP ਕਾਡਰ ਵਿੱਚ ਸੀ, ਅਤੇ ਮੈਨੂੰ ਆਪਣੇ ਘਰੇਲੂ ਉਹਦੇ ਕਰਕੇ ਜੌਬ ਛੱਡ ਕੇ, ਰਿਜ਼ਾਈਨ ਕਰਕੇ ਮੈਂ UP ਆਪਣੇ ਹਸਬੈਂਡ ਕੋਲ ਚਲੀ ਗਈ ਜੀ। ਮੈਮ, ਜਿਵੇਂ ਤੁਸੀਂ ਦੱਸਿਆ ਹੈਗਾ ਕਿ ਤੁਹਾਡੇ ਜਿਹੜੇ ਹਸਬੈਂਡ ਸੀਗੇ ਉਹ IPS ਆਫੀਸਰ ਸੀਗੇ, ਉਹਨਾਂ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ। ਹਾਂਜੀ, ਇਹ ਬੜੀ ਮੇਰੀ ਲਾਈਫ ਦੀ ਇੱਕ ਸੈਡ ਸਟੋਰੀ ਹੈ ਕਿ ਮੇਰੀ ਮਾਰਚ 77 ਦੇ ਵਿੱਚ ਮੈਰਿਜ ਹੋਈ। ਮੇਰੇ ਜਿਹੜੇ ਹਸਬੈਂਡ ਨੇ ਉਹ ਮੇਰੇ ਤੋਂ ਸੀਨੀਅਰ ਸੀਗੇ ਡਿਪਾਰਟਮੈਂਟ ਦੇ ਵਿੱਚ। ਮੈਂ ਵੀ ਹਿਸਟਰੀ ਦੀ MA ਕੀਤੀ ਹੈ 75 ਦੇ ਵਿੱਚ, ਅਤੇ ਉਹਨਾਂ ਨੇ 73 ਦੇ ਵਿੱਚ ਕੀਤੀ ਸੀ ਹਿਸਟਰੀ ਦੀ MA, ਅਤੇ ਉਸ ਤੋਂ ਬਾਅਦ ਫਿਰ ਉਹ IPS ਦੇ ਵਿੱਚ ਸਿਲੈਕਟ ਹੋ ਗਏ, 75 ਬੈਚ ਦੇ ਸੀਗੇ। ਅਤੇ ਮੇਰੀ ਮੈਰਿਜ ਹੋਈ 77 ਦੇ ਵਿੱਚ, ਮੇਰੀ ਮੈਰਿਜ ਹੋਈ, ਪਰ ਅਨਫੋਰਚੂਨੇਟਲੀ ਉਹਨਾਂ ਦੀ ਸੈਪਟੰਬਰ 81 ਦੇ ਵਿੱਚ ਉਹਨਾਂ ਦੀ ਡੈਥ ਹੋ ਗਈ। ਉੱਥੇ ਅਸੀਂ ਲਖਨਊ ਦੇ ਵਿੱਚ ਸੀ। ਇਹ ਬੜੀ ਸਾਡੀ ਜ਼ਿੰਦਗੀ ਦਾ ਮੇਰਾ ਇੱਕ ਬੜਾ, ਮੇਰੇ ਕੋਲ ਵਰਡਸ ਨਹੀਂ ਹੈਗੇ ਕਿ ਮੈਂ ਜ਼ਿੰਦਗੀ ਦਾ ਇੱਕ ਕਿੰਨਾ ਵੱਡਾ ਸਦਮਾ ਫੇਸ ਕੀਤਾ। ਅਤੇ ਉਦੋਂ ਮੇਰੇ ਬੱਚੇ ਵੀ ਬੜੇ ਛੋਟੇ ਛੋਟੇ ਸੀ, 4.5 ਸਾਲ ਸਾਡੇ ਵਿਆਹ ਨੂੰ ਹੋਏ ਸੀਗੇ, ਅਤੇ ਮੇਰੀ ਜਿਹੜੀ ਬੇਟੀ ਹੈ ਉਹ 2 ਸਾਲ ਦੀ ਸੀ, ਬੇਟਾ ਜਿਹੜਾ ਉਹ 3.25 ਸਾਲ ਦਾ ਸੀ, ਛੋਟੇ ਛੋਟੇ ਬੱਚੇ ਸੀ। ਅਤੇ ਮੈਂ ਇਸ ਹਾਲਾਤ ਦੇ ਵਿੱਚ UP ਤੋਂ ਫਿਰ ਵਾਪਸ ਆ ਗਈ। ਉੱਥੇ UP ਜਿਹੜੇ
ਚੀਫ ਮਿਨਿਸਟਰ ਸੀ, ਉਹਨਾਂ ਨੇ ਮੈਨੂੰ ਜੌਬ ਆਫਰ ਕੀਤੀ ਕਿ ਅਸੀਂ ਤੁਹਾਨੂੰ, ਕਿਉਂਕਿ ਪੁਲਿਸ ਡਿਪਾਰਟਮੈਂਟ ਸੀ, ਜਿਹੜੀ ਉਹਨਾਂ ਦੀ ਲਾਸਟ ਪੋਸਟਿੰਗ ਸੀ ਮੇਰੇ ਹਸਬੈਂਡ ਦੀ, ਉਹ ਕਮਾਂਡੈਂਟ ਸੀਗੇ 39 ਬਟਾਲੀਅਨ ਦੇ ਮਿਰਜ਼ਾਪੁਰ ਦੇ ਵਿੱਚ। ਮਿਰਜ਼ਾਪੁਰ ਉਹਨਾਂ ਦੀ ਲਾਸਟ ਪੋਸਟਿੰਗ ਸੀ। ਮੈਨੂੰ ਉਹਨਾਂ ਨੇ ਅਸਿਸਟੈਂਟ ਕਮਾਂਡੈਂਟ ਜਾਂ DSP ਕੋਈ ਇੱਦਾਂ ਦੀ ਉਹਨਾਂ ਨੇ ਜੌਬ ਆਫਰ ਕੀਤੀ। ਫਿਰ ਉਹਨਾਂ ਨੇ ਕਿਹਾ ਵੀ ਜੇ ਤੁਸੀਂ ਪੁਲਿਸ ਦੀ ਜੌਬ ਨਹੀਂ ਲੈਣੀ, ਅਸੀਂ ਤੁਹਾਨੂੰ ਉੱਥੇ ਯੂਨੀਵਰਸਿਟੀ ਦੇ ਵਿੱਚ ਟੀਚਰ ਦੀ ਜੌਬ ਦੇ ਦਿੰਦੇ ਹਾਂ, ਕਿਉਂਕਿ ਮੈਂ ਇੱਥੋਂ MCM DAV ਕਾਲਜ ਤੋਂ ਜੌਬ ਰਿਜ਼ਾਈਨ ਕਰਕੇ ਗਈ ਸੀਗੀ ਅਤੇ ਮੇਰੀ ਕੁਆਲੀਫਿਕੇਸ਼ਨ ਸੀਗੀ, ਮੈਂ MA ਕੀਤੀ ਹੋਈ ਸੀ ਹਿਸਟਰੀ ਦੀ। ਅਤੇ ਪਰ ਮੇਰੇ ਇਨ-ਲॉज ਨੇ ਇਸ ਗੱਲ ਨੂੰ, ਮੇਰੇ ਪੇਰੈਂਟਸ ਨੇ ਕਿਹਾ ਵੀ ਅਸੀਂ ਨਹੀਂ, ਇੰਨੀ ਛੋਟੀ ਉਮਰ ਦੀ ਲੜਕੀ ਨੂੰ ਇੱਥੇ ਫੈਮਿਲੀ ਦੇ ਨਾਲ, ਬੱਚਿਆਂ ਨਾਲ ਇਕੱਲੇ ਨਹੀਂ ਛੱਡਣਾ। ਫਿਰ ਚੰਡੀਗੜ੍ਹ ਆ ਕੇ ਫਿਰ ਮੈਂ ਪੰਜਾਬ ਯੂਨੀਵਰਸਿਟੀ ਜੁਆਇਨ ਕਰ ਲਿੱਤੀ ਸੀ 81 ਦੇ ਵਿੱਚ, ਅਕਤੂਬਰ 81 'ਚ। ਅਤੇ ਮੈਂ ਉੱਥੋਂ ਪੰਜਾਬ ਯੂਨੀਵਰਸਿਟੀ ਲਾਸਟ ਈਅਰ ਅਗਸਤ 2019 ਦੇ ਵਿੱਚ ਮੈਂ ਰਿਟਾਇਰ ਹੋਈ ਹਾਂ। ਅਤੇ ਮੈਨੂੰ ਟੀਚਰਸ ਡੇ ਵਾਲੇ ਦਿਨ ਪੰਜਾਬ ਯੂਨੀਵਰਸਿਟੀ ਨੇ ਸਨਮਾਨਿਤ ਵੀ ਕੀਤਾ ਸੀਗਾ ਐਜ਼ ਏ ਰਿਟਾਇਰਡ ਟੀਚਰ। ਅਤੇ ਮੈਂ ਬੜੀ ਥੈਂਕਫੁਲ ਹਾਂ ਪੰਜਾਬ ਯੂਨੀਵਰਸਿਟੀ ਦੀ ਕਿ ਉਹਨਾਂ ਨੇ ਮੈਨੂੰ ਸਨਮਾਨਿਤ ਕੀਤਾ, ਵਾਈਸ ਚਾਂਸਲਰ ਪ੍ਰੋਫੈਸਰ ਰਾਜ ਕੁਮਾਰ ਜੀ ਨੇ। ਅਤੇ ਇਹ ਮੇਰਾ ਜਿਹੜਾ ਹੈ ਸਫ਼ਰ ਹੈ ਜੀ। ਹਾਂਜੀ ਜੀ ਮੈਮ, ਜਦੋਂ ਤੁਹਾਡੇ ਹਸਬੈਂਡ ਦੀ ਮੌਤ ਹੋ ਗਈ, ਕਿਉਂਕਿ ਉਦੋਂ ਮਹਿਜ਼ 4.5 ਸਾਲ ਹੋਏ ਸੀ ਤੁਹਾਡੇ ਵਿਆਹ ਨੂੰ, ਉਸ ਤੋਂ ਬਾਅਦ ਤੁਹਾਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੋਵੇਗਾ। ਉਹਨਾਂ ਚੁਣੌਤੀਆਂ ਨੂੰ ਤੁਸੀਂ ਜਿਹੜਾ ਹੈ ਕਿਵੇਂ ਉਹਨੂੰ ਪਾਰ ਕੀਤਾ ਅਤੇ ਕਿਵੇਂ ਆਪਣੀ ਜ਼ਿੰਦਗੀ ਦੇ ਵਿੱਚ ਅਗਾਂਹ ਵਧੇ? ਹਾਂਜੀ, ਇਹ ਤਾਂ ਬਹੁਤ ਇੱਕ ਸੈਡ ਸਟੋਰੀ ਸੀ। ਮੈਨੂੰ ਹਸਬੈਂਡ ਦੀ ਡੈਥ ਦਾ ਵੀ ਬੜਾ ਸ਼ੌਕ ਸੀ ਕਿ ਮੇਰੇ ਇੰਨੀ ਛੋਟੀ ਉਮਰ ਦੇ ਵਿੱਚ ਮੇਰੇ ਪਾਰਟਨਰ ਚਲੇ ਗਏ ਔਰ ਬੱਚੇ ਮੇਰੇ ਬੜੇ ਛੋਟੇ ਸੀਗੇ। ਅਤੇ ਮੇਰੇ ਵਾਸਤੇ ਇਹ ਬਹੁਤ ਵੱਡੀਆਂ ਚੁਣੌਤੀਆਂ ਸੀ। ਬਸ ਇੱਕ ਮੇਰੇ ਵਾਸਤੇ ਪਰਮਾਤਮਾ ਦੀ ਬੜੀ ਮਿਹਰ ਰਹੀ ਕਿ ਮੈਨੂੰ ਜੌਬ ਮਿਲ ਗਈ, ਯੂਨੀਵਰਸਿਟੀ ਦੇ ਵਿੱਚ ਜੌਬ ਮਿਲ ਗਈ। ਐਟਲੀਸਟ ਮੈਂ ਆਰਥਿਕ ਪੱਖੋਂ ਮੈਂ ਇੰਡੀਪੈਂਡੈਂਟ ਸੀ, ਮੈਨੂੰ ਕਿਸੇ ਕੋਲੋਂ ਪੈਸੇ ਨਹੀਂ ਮੰਗਣੇ ਪਏ, ਮੈਂ ਐਜੂਕੇਟਿਡ ਸੀ। ਅਤੇ ਮੈਂ ਕਈ ਵਾਰੀ ਸੋਚਦੀ ਸੀ ਕਿ ਜਿਵੇਂ ਕਈ ਔਰਤਾਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਪੜ੍ਹੀਆਂ ਲਿਖੀਆਂ ਨਹੀਂ ਹੁੰਦੀਆਂ, ਅਤੇ ਉਹਨਾਂ ਦਾ ਕੀ ਹੁੰਦਾ ਹੋਏਗਾ, ਕਿਉਂਕਿ ਮੈਂ ਤਾਂ ਪੜ੍ਹੀ ਲਿਖੀ ਸੀ, ਮੈਂ ਨੌਕਰੀ ਕਰਨ ਲੱਗ ਗਈ। ਮੈਂ ਆਪਣਾ, ਮੇਰੇ ਇਨ-ਲॉज, ਮੇਰੇ ਪੇਰੈਂਟਸ ਸਭ ਨੇ ਮੈਨੂੰ ਸਪੋਰਟ ਵੀ ਕੀਤਾ। ਚਲੋ ਮੈਂ ਫਾਈਨੈਂਸ਼ੀਅਲੀ ਵੈਸੇ ਕਿਸੇ ਕੋਲੋਂ ਸਪੋਰਟ ਨਹੀਂ ਲਿੱਤੀ, ਪਰ ਮੈਨੂੰ ਉਹਨਾਂ ਨੇ ਮੋਰਲ ਸਪੋਰਟ ਬਹੁਤ ਦਿੱਤੀ। ਅਤੇ ਮੈਂ ਆਰਥਿਕ ਰੂਪ ਦੇ ਵਿੱਚ ਆਪਣੇ ਆਪ, ਮੈਂ ਆਪਣੇ ਬੱਚਿਆਂ ਨੂੰ, ਮੇਰੇ ਬੱਚੇ ਵੀ ਬੜੇ ਸੈਂਸੀਬਲ ਨਿਕਲੇ। ਇਹ ਵੀ ਪਰਮਾਤਮਾ ਦੀ ਮਿਹਰ ਹੈ ਕਿ ਮੇਰੇ ਬੱਚਿਆਂ ਨੇ ਮੈਨੂੰ ਇਸ ਸਫ਼ਰ ਦੇ ਦੌਰਾਨ ਪੂਰਾ ਕੋਆਪਰੇਟ ਕੀਤਾ। ਜੀ। ਔਰ ਉਹਨਾਂ ਨੇ ਆਪ ਅੱਛੀ ਤਰ੍ਹਾਂ, ਉਹਨਾਂ ਨੇ ਵੀ ਸਟੱਡੀ ਬਹੁਤ ਕੀਤੀ ਕਿ ਉਹਨਾਂ ਨੇ ਦੇਖਿਆ ਵੀ ਅਸੀਂ, ਸਾਨੂੰ ਇੱਕ ਵੈਕਿਊਮ ਹੈ, ਸਾਡੇ ਫਾਦਰ ਨਹੀਂ ਹੈਗੇ, ਅਤੇ ਇਸ ਕਰਕੇ ਉਹ ਵੀ, ਉਹਨਾਂ ਨੇ ਮੇਰੇ ਨਾਲ ਬਹੁਤ ਕੋਆਪਰੇਟ ਕੀਤਾ ਅਤੇ ਅੱਛੀ ਉਹਨਾਂ ਨੇ ਵੀ ਪੜ੍ਹਾਈ ਕੀਤੀ। ਮੇਰੀ ਜਿਹੜੀ ਬੇਟੀ ਹੈ ਉਹ ਵੀ ਡਾਕਟਰੇਟ ਹੈ, ਉਹ ਪੈਕ ਵਿੱਚ ਪੰਜਾਬ ਇੰਜੀਨੀਅਰਿੰਗ ਕਾਲਜ ਦੇ ਵਿੱਚ ਪੜ੍ਹਾਉਂਦੀ ਹੈ, ਟੀਚਰ ਹੈ ਉੱਥੇ। ਅਤੇ ਜਿਹੜਾ ਮੇਰਾ ਬੇਟਾ ਹੈ ਉਹ ਵੀ ਐਸੋਸੀਏਟ ਪ੍ਰੋਫੈਸਰ ਹੈ ਉਹਦੇ 'ਚ ਪੰਜਾਬ ਯੂਨੀਵਰਸਿਟੀ ਦੇ ਵਿੱਚ। ਮੇਰੀ ਡਾਟਰ ਇਨ ਲਾਅ ਵੀ ਪੋਸਟ ਡਾਕਟਰੇਟ ਹੈ, ਮੇਰਾ ਬੇਟਾ ਵੀ ਪੋਸਟ ਡਾਕਟਰੇਟ ਹੈ, ਬੇਟੀ ਵੀ PhD ਹੈ। ਜਿਹੜਾ ਮੇਰਾ ਸਨ ਇਨ ਲਾਅ ਹੈ ਉਹ ਵੀ ਟੌਪਰ ਹੈ ਪੰਜਾਬ ਇੰਜੀਨੀਅਰਿੰਗ ਕਾਲਜ ਦਾ, ਹੀ ਇਜ਼ ਅ ਗੋਲਡ ਮੈਡਲਿਸਟ। ਅਤੇ ਮਤਲਬ ਸਾਰਾ ਜਿਹੜਾ ਸਾਡਾ ਮਾਹੌਲ ਹੈ, ਬੱਚਿਆਂ ਨੇ ਮੈਨੂੰ ਬਹੁਤ ਸਾਥ ਦਿੱਤਾ। ਈਵਨ ਮੇਰੇ ਸਨ ਇਨ ਲਾਅ ਨੇ ਮੇਰਾ ਬੜਾ ਸਾਥ ਦਿੱਤਾ, ਡਾਟਰ ਇਨ ਲਾਅ ਨੇ ਮੇਰਾ ਬਹੁਤ ਅੱਛੀ ਹੈ। ਸੋ ਪਰਿਵਾਰ ਨੇ ਵੀ ਸਾਥ ਦਿੱਤਾ। ਫਿਰ ਮੈਨੂੰ ਸਭ ਤੋਂ ਜ਼ਿਆਦਾ ਜਿਹੜਾ ਮੈਨੂੰ ਸਾਥ ਦਿੱਤਾ, ਮੇਰੇ ਸਟੂਡੈਂਟਸ ਨੇ ਵੀ ਮੈਨੂੰ ਬਹੁਤ ਸਾਥ ਦਿੱਤਾ। ਜਿਹੜੇ ਸਟੂਡੈਂਟਸ ਮੇਰੇ ਨਾਲ ਐਸੋਸੀਏਟਡ ਨੇ, ਉਹਨਾਂ ਨੇ ਟਾਈਮ ਟੂ ਟਾਈਮ ਮੇਰਾ ਹਾਲ ਚਾਲ ਵੀ ਪੁੱਛਦੇ ਰਹਿੰਦੇ ਨੇ, ਮੇਰੇ ਕੋਲ ਆਉਂਦੇ ਵੀ ਰਹਿੰਦੇ ਨੇ। ਮੈਂ ਵੀ ਉਹਨਾਂ ਦੇ ਨਾਲ ਕੋਈ ਇਹੋ ਜਿਹਾ ਡਿਸਟੈਂਸ ਮੇਨਟੇਨ ਨਹੀਂ ਕੀਤਾ। ਅਤੇ ਮੇਰਾ ਸਫ਼ਰ ਜਿਹੜਾ ਹੈ ਉਹ ਕੱਟਣ ਵਾਸਤੇ, ਮੇਰੀ ਜਿਹੜੀ ਲਾਈਫ ਦੇ ਵਿੱਚ ਇੰਨਾ ਵੱਡਾ ਵੈਕਿਊਮ ਸੀਗਾ, ਇੰਨਾ ਵੱਡਾ ਮੈਨੂੰ ਚੈਲੰਜ ਰੱਬ ਨੇ ਉਹ ਕੀਤਾ। ਅਤੇ ਉਹ ਸਫ਼ਰ ਪਾਰ ਕਰਨ ਦੇ ਵਿੱਚ ਮੇਰੀ ਇੱਕ ਮੈਨੂੰ ਆਸਾਨੀ ਦੇ ਨਾਲ ਮੈਂ ਉਹ ਸਫ਼ਰ ਪਾਰ ਕਰ ਸਕੀ। ਹਾਲਾਂਕਿ ਆਸਾਨ ਨਹੀਂ ਸੀਗਾ। ਮੈਂ ਜਦੋਂ ਆਈ ਸੀ ਇੱਥੇ ਬੜੀ ਬ੍ਰੋਕਨ ਹਾਰਟਡ ਸੀਗੀ, ਪਰ ਮੈਂ ਆਪਣਾ ਦੁੱਖ ਜਿਹੜਾ ਉਹ ਲੋਕਾਂ ਨੂੰ, ਆਪਣੀ ਕਮਜ਼ੋਰੀ ਨਹੀਂ ਦੱਸੀ। ਹਾਲਾਂਕਿ ਮੈਂ ਅੰਦਰ ਬੈਠ ਕੇ ਰੋ ਲੈਂਦੀ ਹਾਂ, ਪਰ ਮੈਂ ਬਾਹਰ ਨਹੀਂ ਕਿਸੇ ਦੇ ਸਾਹਮਣੇ ਮੈਂ ਰੋ ਕੇ ਦਿਖਾਇਆ। ਮੈਨੂੰ ਇਹ ਲੱਗਦਾ ਸੀ ਵੀ ਮੈਂ ਆਪਣੀ ਕਮਜ਼ੋਰੀ ਨਾ ਦੱਸਾਂ, ਕਿਉਂਕਿ ਕੋਈ ਤੁਹਾਡਾ ਸਾਥ ਨਹੀਂ ਦਿੰਦਾ, ਲੋਕ ਸਾਥ ਨਹੀਂ ਦਿੰਦੇ, ਲੋਕ ਤੁਹਾਨੂੰ ਸਗੋਂ ਐਕਸਪਲੋਇਟ ਕਰਦੇ ਨੇ। ਅਤੇ ਮੈਂ ਪੂਰੀ ਕੋਸ਼ਿਸ਼ ਕੀਤੀ, ਮੈਂ ਸਹਿਜ ਬਣ ਕੇ ਬਾਹਰ ਰਹੀ। ਔਰ ਪਰ ਅੰਦਰ ਮੈਂ ਆਪਣੇ ਦੁੱਖ ਨੂੰ ਜਿਹੜਾ ਉਹ ਪੀ ਕੇ, ਈਵਨ ਮੈਂ ਆਪਣੇ ਬੱਚਿਆਂ ਦੇ ਸਾਹਮਣੇ ਵੀ ਕਦੀ ਰੋ ਕੇ ਨਹੀਂ ਦਿਖਾਇਆ। ਮੈਂ ਉਹਨਾਂ ਨੂੰ ਉਹ ਕਰਦੀ ਰਹੀ, ਨਹੀਂ ਤੁਸੀਂ ਪੜ੍ਹੋ, ਤੁਸੀਂ ਉਹ ਕਰਨੀ ਹੈ, ਮਿਹਨਤ ਕਰਨੀ ਹੈ, ਤੁਸੀਂ ਜਿਹੜੀ ਤੁਹਾਨੂੰ ਕਮੀ ਹੈ ਫਾਦਰ ਦੀ, ਠੀਕ ਹੈ, ਉਹ ਕਮੀ ਮੈਂ ਤਾਂ ਨਹੀਂ ਪੂਰੀ ਕਰ ਸਕਦੀ, ਪਰ ਮੈਂ ਪੂਰੀ ਕੋਸ਼ਿਸ਼ ਕਰਾਂਗੀ ਕਿ ਮੈਂ ਜੋ ਵੀ ਤੁਹਾਡੇ ਲਈ ਕਰ ਸਕਦੀ ਹਾਂ ਮੈਂ ਜ਼ਰੂਰ ਕਰਾਂਗੀ। ਜੀ। ਸੋ
ਜੀ ਮੈਮ, ਤੁਸੀਂ ਆਪਣੇ ਬੱਚਿਆਂ ਦਾ ਬਹੁਤ ਵਧੀਆ ਪਾਲਣ ਪੋਸ਼ਣ ਕੀਤਾ, ਇਸ ਲਈ ਉੱਚੇ ਉੱਚੇ ਅਹੁਦਿਆਂ ਤੇ ਜਿਹੜੇ ਹੈ ਬਿਰਾਜਮਾਨ ਹੋਏ ਆ। ਤੁਸੀਂ ਬਹੁਤ ਸੰਘਰਸ਼ ਕੀਤਾ ਆਪਣੀ ਜ਼ਿੰਦਗੀ ਦੇ ਵਿੱਚ। ਤੁਸੀਂ ਇੱਕ ਕਿਤਾਬ ਵੀ ਲਿਖੀ ਆ ਉਹਨਾਂ ਔਰਤਾਂ ਬਾਰੇ ਜਿਨ੍ਹਾਂ ਨੇ ਆਜ਼ਾਦੀ ਦੇ ਵਿੱਚ ਆਪਣਾ ਯੋਗਦਾਨ ਪਾਇਆ ਆ। ਤੁਸੀਂ ਖੁਦ ਸੰਘਰਸ਼ ਕੀਤਾ ਤੇ ਉਹਨਾਂ ਸੰਘਰਸ਼ੀਲ ਔਰਤਾਂ ਨੂੰ ਵੀ ਤੁਸੀਂ ਦਰਸ਼ਕਾਂ ਦੇ ਸਾਹਮਣੇ ਲੈ ਕੇ ਆਏ, ਸਰੋਤਿਆਂ ਦੇ ਸਾਹਮਣੇ ਲੈ ਕੇ ਆਏ, ਪਾਠਕਾਂ ਦੇ ਸਾਹਮਣੇ ਲੈ ਕੇ ਆਏ ਹੋ। ਉਸ ਪੁਸਤਕ ਬਾਰੇ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ। ਹਾਂਜੀ, ਇਹ ਮੇਰੀ ਕਿਤਾਬ ਹੈ ਜਿਹੜੀ ਮੈਂ ਲਿਖੀ ਹੈ। ਇਹ ਜਿਹੜੀ ਕਿਤਾਬ ਹੈ ਇਹ ਮੇਰਾ PhD ਦਾ ਥੀਸਿਸ ਹੈ ਤੇ ਇਸ ਕਿਤਾਬ ਦੇ ਵਿੱਚ ਮੈਂ ਪੰਜਾਬ ਦੀਆਂ ਉਹਨਾਂ ਔਰਤਾਂ ਦੇ ਬਾਰੇ ਲਿਖਿਆ ਹੈ ਜਿਨ੍ਹਾਂ ਨੇ ਭਾਰਤ ਦੇ ਆਜ਼ਾਦੀ ਦੀ ਲੜਾਈ ਦੇ ਵਿੱਚ ਹਿੱਸਾ ਲਿੱਤਾ ਹੈ। ਇਹ ਮੇਰੀ ਜਿਹੜੀ ਕਿਤਾਬ ਹੈ ਇਹ 35 ਇੰਟਰਵਿਊਜ਼ ਮੈਂ ਇਹਦੇ 'ਚ ਸ਼ਾਮਿਲ ਕੀਤੇ ਨੇ। ਮੈਂ ਉਹਨਾਂ ਔਰਤਾਂ ਨੂੰ ਜਾ ਕੇ ਪਰਸਨਲੀ ਉਹਨਾਂ ਨੂੰ ਮਿਲ ਕੇ ਆਈ। 98 ਈਅਰ ਦੀ ਇੱਕ ਲੇਡੀ ਸੀ, ਲਾਲਾ ਦੂਨੀ ਚੰਦ ਸੀ ਅੰਬਾਲਾ ਦੇ, ਉਹਨਾਂ ਦੀ ਵਾਈਫ ਸੀ, ਉਹਨਾਂ ਦਾ ਨਾਮ ਭਾਗ ਦੇਵੀ ਸੀ। ਉਹਨਾਂ ਨੂੰ ਮੈਂ ਦਿੱਲੀ ਉਚੇਚਾ ਮਿਲਣ ਗਈ। ਉਹ ਬੜੀ ਬਿਮਾਰ ਸੀਗੇ, ਵੀਲ ਚੇਅਰ ਦੇ ਉੱਤੇ ਸੀਗੇ, ਪਰ ਜਦੋਂ ਮੈਂ ਉਹਨਾਂ ਨੂੰ ਮਿਲੀ ਪਹਿਲੇ ਤਾਂ ਉਹ ਦੱਸਣਾ ਨਹੀਂ ਸੀ ਚਾਹੁੰਦੇ। ਮੈਂ ਇੱਕ ਗੱਲ ਬੜੀ ਰਿਅਲਾਈਜ਼ ਕੀਤੀ ਜਦੋਂ ਮੈਂ ਉਹਨਾਂ ਔਰਤਾਂ ਨੂੰ ਮਿਲਣ ਜਾਂਦੀ ਸੀ, ਉਹ ਮੈਨੂੰ ਇਹ ਕਹਿੰਦੇ ਸੀ ਕਿ ਨਹੀਂ ਅਸੀਂ ਕੋਈ ਬਹੁਤਾ ਕੁਛ ਨਹੀਂ ਕੀਤਾ, ਤੂੰ ਤੇ ਐਵੇਂ ਸਾਨੂੰ ਪਤਾ ਨਹੀਂ ਕੀ ਪੁੱਛਣ ਆ ਗਈ ਹੈ। ਮੈਂ ਕਿਹਾ ਨਹੀਂ ਤੁਸੀਂ ਇੰਨਾ, ਕਿਉਂਕਿ ਮੈਂ ਉਹਨਾਂ ਦੇ ਬਾਰੇ ਥੋੜ੍ਹਾ ਅਖਬਾਰ 'ਚ ਪੜ੍ਹਿਆ, ਥੋੜ੍ਹਾ ਮੈਂ ਕਿਤਾਬਾਂ 'ਚ ਪੜ੍ਹਿਆ, ਅਤੇ ਮੈਂ ਕਿਹਾ ਮੈਂ ਉਹਨਾਂ ਨੂੰ ਪਰਸਨਲੀ ਮਿਲ ਕੇ ਉਹਨਾਂ ਨੂੰ ਪੁੱਛਾਂ ਵੀ ਉਹਨਾਂ ਨੇ ਕੀ ਕੁਛ ਕੀਤਾ ਹੈਗਾ, ਉਹਨਾਂ ਦੀ ਪਰਸਨਲ ਉਹਨਾਂ ਦਾ ਇੰਟਰਵਿਊ ਕਰਕੇ ਮੈਂ ਕਰਾਂ। ਅਤੇ ਜਦੋਂ ਉਹਨਾਂ ਨੇ, ਉਹ ਇੰਨੀਆਂ ਹੰਬਲ ਸੀ ਉਹ ਔਰਤਾਂ ਕਿ ਅਸੀਂ ਥੋੜ੍ਹਾ ਜਿਹਾ ਕੁਛ ਕਰਦੇ ਹਾਂ ਅਤੇ ਉਸ ਨੂੰ ਵਾਜੇ ਗਾਜੇ ਦੇ ਨਾਲ ਦੱਸਦੇ ਹਾਂ। ਪਰ ਮੈਂ ਇੱਕ ਗੱਲ ਦੀ ਬੜੀ ਹੈਰਾਨ ਹਾਂ ਕਿ ਉਹ ਔਰਤਾਂ ਜੇਲ੍ਹ ਵੀ ਗਈਆਂ, ਉਹਨਾਂ ਨੇ ਜਲੂਸ ਵੀ ਕੱਢੇ, ਉਹਨਾਂ ਨੇ ਮੀਟਿੰਗਸ ਵੀ ਕੀਤੀਆਂ, ਉਹਨਾਂ ਨੇ ਲਾਠੀ ਚਾਰਜ ਵੀ ਪੁਲਿਸ ਦੇ ਸਹੇ, ਪਰ ਉਹ ਬੜੀ ਸਹਿਜ ਭਾਵ ਦੇ ਨਾਲ ਹਾਲੇ ਵੀ ਕਹਿ ਰਹੀਆਂ ਸੀ ਕਿ ਨਹੀਂ ਅਸੀਂ ਤਾਂ ਅਜਿਹਾ ਕੋਈ ਕੁਛ ਨਹੀਂ ਕੀਤਾ। ਉਹਨਾਂ 'ਚੋਂ ਕਈ ਔਰਤਾਂ ਇਹੋ ਜਿਹੀਆਂ ਸੀ। ਇੱਕ ਲੇਡੀ ਸੀ ਜਿਹੜੀ ਲੁਧਿਆਣਾ ਦੀ ਸੀ, ਸਵਿਤਰੀ ਦੇਵੀ ਸ਼ਰਮਾ, ਉਹ ਜਿੰਨੀ ਵਾਰੀ ਜੇਲ੍ਹ ਗਈ, ਪਿੱਛੋਂ ਜਦੋਂ ਵਾਪਸ ਆਉਂਦੀ ਸੀ ਉਹਦੇ ਬੱਚੇ ਦੀ ਡੈਥ ਹੋ ਜਾਂਦੀ ਸੀ। ਅਤੇ ਮੈਨੂੰ ਇਹ ਜਿਹੜੀਆਂ ਗੱਲਾਂ ਨੇ, ਉਹਨਾਂ ਦੇ ਜਿਹੜੇ ਇੰਟਰਵਿਊਜ਼ ਸੀਗੇ ਜੋ ਉਹਨਾਂ ਨੇ ਮੈਨੂੰ ਆਪਣੇ ਬਾਰੇ ਦੱਸਿਆ, ਉਹਨਾਂ ਚੀਜ਼ਾਂ ਨੇ ਮੇਰੇ ਅੰਦਰ ਇੱਕ ਬੜਾ ਤਾਕਤ ਦੇ ਦਿੱਤੀ, ਮੈਨੂੰ ਹੌਸਲਾ ਦਿੱਤਾ ਬੜਾ, ਕਿ ਅਗਰ ਇਹ ਔਰਤਾਂ ਇੰਨੀਆਂ ਜ਼ਿਆਦਤੀਆਂ ਦੇ ਬਾਵਜੂਦ ਵੀ ਖੜੀਆਂ ਨੇ ਅਤੇ ਮੈਨੂੰ ਵੀ ਇੱਕ ਹੌਸਲਾ ਮਿਲਿਆ ਕਿ ਮੈਂ ਆਪਣੇ ਹਸਬੈਂਡ ਦੀ ਡੈਥ ਨੂੰ, ਮਤਲਬ ਮੈਨੂੰ ਇੱਕ ਮੈਂ ਹੁਣ ਮੇਰੇ ਕੋਲ ਸ਼ਬਦ ਨਹੀਂ ਹੈ ਕਿ ਮੈਨੂੰ ਇੰਨਾ ਹੌਸਲਾ ਮਿਲਿਆ ਕਿ ਮੈਂ ਵੀ ਆਪਣੇ ਸੰਘਰਸ਼ ਨੂੰ ਜਿਹੜਾ ਉਹ ਪਾਰ ਕਰਦੇ ਹੋਏ ਫਿਰ ਮੈਂ PhD ਵੀ ਕੀਤੀ। ਮੈਂ ਬੜੇ ਮਤਲਬ ਐਡਵਰਸ ਸਰਕਮਸਟੈਂਸਿਸ ਦੇ ਵਿੱਚ PhD ਕੀਤੀ ਹੈ, ਤੁਹਾਨੂੰ ਦੱਸਿਆ ਕਿ ਔਰ ਸਾਰੇ ਮੈਂ ਪ੍ਰਾਇਮਰੀ ਸੋਰਸਿਸ ਦੇ ਉੱਤੇ PhD ਕੀਤੀ ਹੈ। ਪਰ ਮੈਨੂੰ ਇੱਕ ਗੱਲ ਦਾ ਬੜਾ ਅਫਸੋਸ ਹੈ ਕਿ ਮੈਂ 1990 ਦੇ ਵਿੱਚ PhD ਕੀਤੀ। ਉਦੋਂ ਬਹੁਤੇ ਲੋਕ PhD ਕਰਦੇ ਨਹੀਂ ਸੀਗੇ ਅਤੇ ਮੈਂ ਉਸ ਵੇਲੇ ਸੰਘਰਸ਼ ਦੇ ਬਾਵਜੂਦ PhD ਕੀਤੀ। 1992 ਦੇ ਵਿੱਚ ਮੈਨੂੰ ਡਿਗਰੀ ਮਿਲੀ ਔਰ ਜਿਹੜੀ ਮੇਰੀ ਐਗਜ਼ਾਮੀਨਰ ਸੀਗੀ ਉਹ ਬੰਬੇ ਯੂਨੀਵਰਸਿਟੀ ਤੋਂ ਆਈ ਸੀ, SNDT ਯੂਨੀਵਰਸਿਟੀ ਤੋਂ। ਉਹ ਮਜ਼ੇਦਾਰ ਗੱਲ ਹੈ, ਉਹ ਆਪ ਹੀ ਫਰੀਡਮ ਫਾਈਟਰ ਸੀ, ਉਹ ਗਾਂਧੀ ਜੀ ਦੇ ਨਾਲ ਰਹੀ ਸੀ ਅਤੇ ਮੈਂ ਵੀ ਗਾਂਧੀ ਜੀ ਦੇ ਨਾਲ ਜਿਹੜੀਆਂ ਔਰਤਾਂ ਸੀ ਉਹਨਾਂ ਦੇ ਬਾਰੇ ਲਿਖਿਆ ਸੀ। ਇੱਕ ਗਾਂਧੀ ਜੀ ਦੇ ਨਾਲ ਡਾਕਟਰ ਸੀ, ਡਾਕਟਰ ਸੁਸ਼ੀਲਾ ਨਈਅਰ, ਉਹਨਾਂ ਨੂੰ ਵੀ ਮੈਂ ਮਿਲ ਕੇ ਆਈ। ਇੱਕ ਜਾਨਕੀ ਦੇਵੀ ਬਜਾਜ ਵਿਨਰ ਸੀ, ਗੌਰਾਂ ਦੇਵੀ, ਉਹਨਾਂ ਨੂੰ ਵੀ ਮਿਲ ਕੇ ਆਈ। ਔਰ ਇੱਥੋਂ ਤੱਕ ਕਿ ਇੱਕ ਭਗਤ ਸਿੰਘ ਦੇ ਨਾਲ ਜਿਹੜੀ ਲੇਡੀ ਸੀ, ਦੁਰਗਾ ਦੇਵੀ ਵੋਰਾ, ਜਿਹਦੇ ਹਸਬੈਂਡ ਦੀ ਬੰਬ ਟੈਸਟ ਕਰਦੇ ਉੱਥੇ ਰਾਵੀ ਦੇ ਕਿਨਾਰੇ ਡੈਥ ਹੋ ਗਈ ਸੀ। ਉਹ ਬੰਬ ਟੈਸਟ ਕਰ ਰਹੇ ਸੀ, ਉਹਨਾਂ ਦੇ ਹੱਥ ਦੇ ਵਿੱਚ ਬੰਬ ਫਟ ਗਿਆ ਅਤੇ ਉੱਥੇ ਉਹਨਾਂ ਦੀ ਡੈਥ ਹੋ ਗਈ। ਅਤੇ ਉਹ ਦੁਰਗਾ ਦੇਵੀ ਵੋਰਾ ਆਪਣੇ ਹਸਬੈਂਡ ਦਾ ਲਾਸਟ ਦਰਸ਼ਨ ਵੀ ਨਹੀਂ ਕਰ ਸਕੀ ਅਤੇ ਉਹ ਕਹਿੰਦੀ ਮੈਂ ਰੋ ਵੀ ਨਹੀਂ ਸਕੀ, ਕਿਉਂਕਿ ਅਗਰ ਮੈਂ ਰੋਂਦੀ ਤਾਂ ਸਾਰੇ ਮਹੱਲੇ ਦੇ ਵਿੱਚ ਗੱਲ ਪਤਾ ਚੱਲ ਜਾਂਦੀ ਕਿ ਮੇਰੇ ਹਸਬੈਂਡ ਦੀ ਬੰਬ ਟੈਸਟ ਕਰਦੇ ਡੈਥ ਹੋ ਗਈ ਹੈ। ਕਹਿੰਦੇ ਮੈਂ ਰੋ ਵੀ ਨਹੀਂ ਸਕੀ, ਮੈਂ ਆਪਣੇ ਹਸਬੈਂਡ ਨੂੰ ਦੇਖ ਵੀ ਨਹੀਂ ਸਕੀ, ਉਹਨਾਂ ਨੂੰ ਕ੍ਰੀਮੇਟ ਵੀ ਨਹੀਂ ਕਰ ਸਕੀ। ਉਹਨਾਂ ਦੀ ਇਹ ਗੱਲ ਸੁਣ ਕੇ ਮੈਂ ਉਹਨਾਂ ਨੂੰ ਉੱਥੇ ਗਾਜ਼ੀਆਬਾਦ ਮਿਲਣ ਗਈ ਸੀ। ਉਹਨਾਂ ਦੀ ਗੱਲ ਸੁਣ ਕੇ ਮੇਰੇ ਅੰਦਰ ਇੱਕ ਇਹੋ ਜਿਹੀ ਜਿਹੜੀ ਹੈ ਦੁੱਖ ਭਰ ਗਿਆ ਕਿ ਮੈਂ ਸੋਚਿਆ ਕਿ ਅਗਰ ਇਹ ਔਰਤਾਂ ਆਪਣੇ ਦੁੱਖ ਨੂੰ ਪੀ ਕੇ ਦੇਸ਼ ਵਾਸਤੇ ਕਰ ਸਕਦੀਆਂ ਨੇ ਅਤੇ ਮੈਂ ਸਮਾਜ ਵਾਸਤੇ ਜਾਂ ਆਪਣੇ ਪਰਿਵਾਰ ਵਾਸਤੇ ਨਹੀਂ ਕਰ ਸਕਦੀ। ਸੋ ਇਹਨਾਂ ਚੀਜ਼ਾਂ ਨੇ ਮੈਨੂੰ ਬਹੁਤ ਹੌਸਲਾ ਦਿੱਤਾ ਔਰ ਅੱਗੇ ਵਧਣ ਦੀ ਮੈਨੂੰ ਜਿਹੜੀ ਹੈ ਉਹ ਹੌਸਲਾ ਅਫਜ਼ਾਈ ਕੀਤੀ। ਸੋ ਜਦੋਂ ਉਹ ਮੇਰਾ ਇੰਟਰਵਿਊ ਇੱਥੇ ਵਾਈਵਾ ਲੈਣ ਆਏ, ਉਹਨਾਂ ਦਾ ਨਾਮ ਊਸ਼ਾ ਮਹਿਤਾ ਸੀ,
ਉਹਨਾਂ ਨੇ ਸੀਕ੍ਰੇਟ ਰੇਡੀਓ ਵੀ ਬਣਾਇਆ ਸੀ। ਉਹਨਾਂ ਨੇ ਮੈਨੂੰ ਆਪਣੇ ਬਾਰੇ ਵੀ ਦੱਸਿਆ, ਉਹ ਗਾਂਧੀ ਜੀ ਦੀ ਫੋਲੋਅਰ ਸੀਗੀ। ਅਤੇ ਉਹਨਾਂ ਨੇ ਨਾ ਸਾਰੇ ਵਾਈਵਾ ਦੇ ਵਿੱਚ ਕਹਿ ਤਾ ਕਿ ਮੈਂ 33 ਜਿਹੜੇ ਥੀਸਿਸ ਨੇ ਉਹ ਇਵੈਲੂਏਟ ਕੀਤੇ ਨੇ, ਅਤੇ ਇਸ ਦਾ ਜਿਹੜਾ ਥੀਸਿਸ ਹੈ ਮੰਜੂ ਵਰਮਾ ਦਾ, ਦਿਸ ਇਜ਼ ਵਨ ਆਫ ਦੀ ਬੈਸਟ ਥੀਸਿਸ ਆਈ ਹੈਵ ਐਵਰ ਇਵੈਲੂਏਟਿਡ ਇਨ ਮਾਈ ਲਾਈਫ। ਪਤਾ ਨਹੀਂ ਜੀ ਉਹ ਸਾਡੇ ਡਿਪਾਰਟਮੈਂਟ ਨੂੰ ਕੀ ਲੱਗਿਆ ਵੀ ਉਹਨਾਂ ਨੇ ਕਿਹਾ ਵੀ ਜੇ ਇਹਨੂੰ ਅਸੀਂ ਥੀਸਿਸ ਪਬਲਿਸ਼ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ ਤਾਂ ਸਟਾਰ ਬਣ ਜਾਏਗੀ ਪੰਜਾਬ ਦੇ ਵਿੱਚ। ਤੁਸੀਂ ਯਕੀਨ ਨਹੀਂ ਕਰੋਗੇ 10 ਸਾਲ ਮੈਂ ਆਪਣੀ ਥੀਸਿਸ ਨੂੰ ਪਬਲਿਸ਼ ਕਰਨ ਦੇ ਵਾਸਤੇ ਪਰਮਿਸ਼ਨ ਲੈਂਦੀ ਰਹੀ। ਮੈਨੂੰ ਹਿਸਟਰੀ ਡਿਪਾਰਟਮੈਂਟ ਦੇ ਵਿੱਚ ਥੀਸਿਸ ਪਬਲਿਸ਼ ਕਰਨ ਦੀ ਇਜਾਜ਼ਤ ਨਹੀਂ ਮਿਲੀ ਜੀ। ਇਹਨਾਂ ਪ੍ਰਾਇਮਰੀ ਸੋਰਸਿਸ ਦੇ ਉੱਤੇ ਕੀਤਾ ਹੋਇਆ ਵਰਕ ਹੋਣ ਦੇ ਬਾਵਜੂਦ ਵੀ ਮੈਨੂੰ ਥੀਸਿਸ ਪਬਲਿਸ਼ ਕਰਨ ਦੀ ਇਜਾਜ਼ਤ ਨਹੀਂ ਮਿਲੀ, ਔਰ ਅੱਜ ਇਸ ਥੀਸਿਸ ਨੂੰ ਲੋਕ ਨਕਲ ਮਾਰ ਕੇ ਲਿਖ ਰਹੇ ਨੇ। ਇੱਥੋਂ ਮੇਰੇ ਪ੍ਰਾਇਮਰੀ ਸੋਰਸਿਸ ਚੁੱਕ ਰਹੇ ਨੇ। ਮੈਂ ਉੱਥੇ ਜਾ ਕੇ ਸੋਰਸਿਸ ਲੈ ਕੇ ਆਈ, ਨੈਸ਼ਨਲ ਆਰਕਾਈਵਸ ਦੇ ਵਿੱਚ ਆਪ ਜਾ ਕੇ ਲੈ ਕੇ ਆਈ। ਉਹਨਾਂ ਸਾਰੀਆਂ ਫਾਈਲਾਂ ਦੇ ਉੱਤੇ ਮੇਰਾ ਨਾਮ ਦਰਜ ਹੈ, ਲੋਕਾਂ ਦੇ ਨਾਮ ਦਰਜ ਨਹੀਂ ਹੈ। ਮੇਰੀ ਕਿਤਾਬ ਦੇ ਵਿੱਚੋਂ ਅੱਜ ਲੋਕ ਇੱਥੋਂ ਨਕਲ ਮਾਰ ਕੇ ਇੱਥੋਂ ਉਹ ਕਰ ਰਹੇ ਨੇ, ਨਕਲਾਂ ਮਾਰ ਰਹੇ ਨੇ। ਉਹਨਾਂ ਦੇ ਥੀਸਿਸ ਅਪਰੂਵ ਹੋ ਰਹੇ ਨੇ, ਮੈਨੂੰ ਥੀਸਿਸ ਪਬਲਿਸ਼ ਕਰਨ ਦੀ 10 ਸਾਲ ਇਜਾਜ਼ਤ ਨਹੀਂ ਮਿਲੀ। ਫਿਰ ਅਲਟੀਮੇਟਲੀ ਜਦੋਂ 2002 ਦੇ ਵਿੱਚ ਇਜਾਜ਼ਤ ਮਿਲੀ, ਮੈਂ ਫਿਰ ਵਾਈਸ ਚਾਂਸਲਰ ਸੀ ਉਦੋਂ ਪ੍ਰੋਫੈਸਰ ਪਾਠਕ ਸੀਗੇ, ਉਹਨਾਂ ਨੂੰ ਮੈਂ ਲਿਖਿਆ ਕਿ ਤੁਸੀਂ ਮੇਰਾ ਰੇਅਰ ਵਰਕ ਹੈ, ਪਰਸਨਲ ਇੰਟਰਵਿਊਜ਼ ਦੇ ਉੱਤੇ ਹੈ, ਮੈਂ 35 ਇੰਟਰਵਿਊ ਲਿੱਤੇ ਨੇ ਔਰ ਮੈਂ ਸਾਰਾ ਪ੍ਰਾਇਮਰੀ ਸੋਰਸਿਸ ਦੇ ਉੱਤੇ ਬੇਸ ਕੀਤਾ। ਤੁਸੀਂ ਪੰਜਾਬ ਯੂਨੀਵਰਸਿਟੀ ਨੂੰ ਮੇਰੀ ਰਿਕੁਐਸਟ ਹੈ ਕਿ ਤੁਸੀਂ ਮੇਰਾ ਥੀਸਿਸ ਪਬਲਿਸ਼ ਕਰਵਾਓ ਜੀ। ਉਹਨਾਂ ਨੇ ਮੈਨੂੰ ਚਿੱਠੀ ਦਾ ਜਵਾਬ ਦਿੱਤਾ ਕਿ 10 ਸਾਲ ਬਾਅਦ ਇਸ ਦੇ ਥੀਸਿਸ ਦੀ ਕੀ ਰੈਲੇਵੈਂਸੀ ਹੈ। ਮੈਂ ਹੈਰਾਨ ਹੋ ਗਈ ਉਹਨਾਂ ਦੀ ਚਿੱਠੀ ਪੜ੍ਹ ਕੇ ਕਿ ਇੰਨੇ ਵੱਡੇ ਸਕਾਲਰ, ਉਹ ਸ਼ਾਇਦ ਸਾਇੰਸ ਦੇ ਸਕਾਲਰ ਨੇ, ਉਹ ਇਹ ਸਮਝ ਨਹੀਂ ਪਾਏ ਕਿ ਇਹ ਕੋਈ ਸਾਇੰਸ ਥੋੜ੍ਹਾ ਹੈ ਕਿ ਨਵਾਂ ਕੋਈ ਐਕਸਪੈਰੀਮੈਂਟ ਹੋਇਆ ਅਤੇ ਪਿਛਲਾ ਐਕਸਪੈਰੀਮੈਂਟ ਨਲ ਐਂਡ ਵਾਇਡ ਹੋ ਗਿਆ। ਇਹ ਤਾਂ ਹਿਸਟਰੀ ਹੈ। ਇਹ ਮੈਂ ਪੁਰਾਣੇ ਲੋਕਾਂ ਦੇ ਉੱਤੇ, ਈਵਨ ਉਹ ਗਾਂਧੀ ਜੀ ਦੇ ਨਾਲ ਇੱਕ ਲੜਕੀ ਸੀ, ਮੁਸਲਿਮ ਲੇਡੀ ਸੀ, ਬੀਬੀ ਅਮਤੂ ਸਲਾਮ, ਉਹਨਾਂ ਨੂੰ ਮੈਂ ਮਿਲਣ ਗਈ, ਅਮਤੂ ਸਲਾਮ ਨੂੰ। ਉਹ ਬੜੇ ਹੈਰਾਨ ਹੋਏ ਕਿ ਤੁਸੀਂ ਮੇਰੇ 'ਤੇ ਲਿਖਣ ਵਾਸਤੇ ਆਏ ਹੋ। ਮੁਸਲਿਮ ਲੇਡੀ ਸੀ, ਉਹ ਪਟਿਆਲਾ ਦੇ ਵਿੱਚ, ਉਹਨਾਂ ਦੇ ਫਾਦਰ ਜਿਹੜੇ ਨੇ ਪਟਿਆਲਾ ਦੀ ਰਿਆਸਤ ਦੇ ਵਿੱਚ ਉਹ ਉੱਥੇ ਕੰਮ ਕਰਦੇ ਸੀਗੇ, ਉਹਨਾਂ ਦੇ ਇੰਪਲੋਈ ਸੀ। ਅਤੇ ਉਹਨਾਂ ਦੇ ਬਾਰੇ ਮੈਂ ਸਾਰਾ ਲਿਖਿਆ ਕਿ ਉਹਨਾਂ ਨੇ ਹਿੰਦੂ ਮੁਸਲਿਮ ਯੂਨਿਟੀ ਦੇ ਬਾਰੇ ਕੀ ਕੀਤਾ, ਔਰਤਾਂ ਨੇ ਚਰਖੇ ਬਾਰੇ ਕੀ ਕੀਤਾ, ਕਿਸ ਤਰ੍ਹਾਂ ਉਹ ਚਰਖਾ ਕੱਤਦੀਆਂ ਸੀ, ਕਿਸ ਤਰ੍ਹਾਂ ਉਹ ਗੀਤ ਗਾਉਂਦੀਆਂ ਸੀ। ਇਹ ਸਾਰਾ ਕੁਝ ਉਹ ਵਾਈਸ ਚਾਂਸਲਰ ਸਾਹਿਬ ਇਹ ਸਮਝ ਨਹੀਂ ਪਾਏ ਕਿ ਜਿਹੜਾ ਇਤਿਹਾਸ, ਜਿਹੜਾ ਔਰਤਾਂ ਨੂੰ ਇੰਟਰਵਿਊ ਲੈ ਕੇ ਬੇਸ ਕੀਤਾ ਗਿਆ ਹੈ, ਉਹ ਔਰਤਾਂ ਦੀ ਤਾਂ ਡੈਥ ਹੋ ਚੁੱਕੀ ਹੈ, ਇਹ ਦੁਬਾਰਾ ਥੋੜ੍ਹਾ ਨਾ ਮਿਲਣਗੀਆਂ। ਉਹਨਾਂ ਨੇ ਸੋਚਿਆ, ਉਹ ਕਹਿੰਦੇ ਜੀ 10 ਸਾਲ ਬਾਅਦ ਇਹਦੀ ਕੀ ਰੈਲੇਵੈਂਸੀ ਹੈ। ਫਿਰ ਮੈਂ ਅਲਟੀਮੇਟਲੀ ਇਹ ਕਿਤਾਬ ਜਿਹੜੀ ਹੈ ਉਹ ਅਭਿਜੀਤ ਪਬਲਿਸ਼ਰ ਤੋਂ ਪਬਲਿਸ਼ ਕਰਵਾਈ, ਔਰ ਜਦੋਂ ਦੀ ਮੇਰੀ ਕਿਤਾਬ ਪਬਲਿਸ਼ ਹੋਈ ਹੈ, ਮੈਨੂੰ ਪੰਜਾਬ ਦੇ ਲੋਕਾਂ ਨੇ ਜਾਣਨਾ ਸ਼ੁਰੂ ਕੀਤਾ, ਮੈਨੂੰ ਲੋਕਾਂ ਨੇ ਬੁਲਾਉਣਾ ਸ਼ੁਰੂ ਕੀਤਾ, ਆਪਣੇ ਕਾਲਜਾਂ ਵਿੱਚ ਬੁਲਾਉਣਾ ਸ਼ੁਰੂ ਕੀਤਾ ਵੀ ਤੁਸੀਂ ਸਾਡੇ ਇੱਥੇ ਲੈਕਚਰ ਦੇਣ ਆਓ। ਅਤੇ ਜਦੋਂ ਤੱਕ ਮੈਂ 10 ਸਾਲ, ਕਿਉਂਕਿ ਮੈਨੂੰ ਕਿਤਾਬ ਦੀ ਪਬਲਿਸ਼ ਕਰਨ ਦੀ ਇਜਾਜ਼ਤ ਨਹੀਂ ਮਿਲੀ, ਸ਼ਾਇਦ ਉਹਨਾਂ ਨੂੰ ਇਹ ਲੱਗਦਾ ਸੀ, ਜਾਣਬੁੱਝ ਕੇ ਨਹੀਂ ਦਿੱਤੀ ਗਈ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਵੀ ਇਹ ਫੇਮਸ ਹੋ ਜਾਏਗੀ, ਇਹਦਾ ਨਾਮ ਹੋਏਗਾ, ਰੇਅਰ ਵਰਕ ਹੈ ਕਿਉਂਕਿ ਪੋਲੀਟਿਕਸ ਹੈ। ਇੱਥੋਂ ਤੱਕ ਕਿ ਮੈਨੂੰ 2010 ਤੱਕ ਕੋਈ ਸਟੂਡੈਂਟ ਵੀ PhD ਦਾ ਸਕਾਲਰ ਵੀ ਗਾਈਡ ਕਰਨ ਵਾਸਤੇ ਨਹੀਂ ਦਿੱਤਾ ਗਿਆ। ਮੈਂ ਬੜੀ ਇਸ ਗੱਲ ਦਾ ਮੈਨੂੰ ਦੁੱਖ ਹੈ। ਮੈਂ 2010 ਤੋਂ ਆਪਣਾ ਜਿਹੜੇ PhD ਦੇ ਸਟੂਡੈਂਟਸ ਨੇ ਉਹਨਾਂ ਨੂੰ ਗਾਈਡ ਕਰਨਾ ਸ਼ੁਰੂ ਕੀਤਾ, ਅਤੇ ਹੁਣ ਤੱਕ ਦੇਖੋ 2010 ਤੋਂ ਲੈ ਕੇ ਅੱਜ ਤੱਕ 8 ਸਟੂਡੈਂਟ ਮੇਰੇ PhD ਕਰ ਚੁੱਕੇ ਨੇ ਮੇਰੇ ਅੰਡਰ, 6 ਸਟੂਡੈਂਟਸ ਜਿਹੜੇ ਨੇ ਉਹ MPhil ਕਰ ਚੁੱਕੇ ਨੇ, 3 ਪੰਜਾਬ ਯੂਨੀਵਰਸਿਟੀ ਦੇ, 3 ਹਿਮਾਚਲ ਯੂਨੀਵਰਸਿਟੀ ਦੇ, ਔਰ 2 ਸਟੂਡੈਂਟ ਨੇ ਜਿਹੜੇ ਦਸੰਬਰ ਤੱਕ ਮੇਰੇ ਥੀਸਿਸ ਸਬਮਿਟ ਕਰ ਦੇਣਗੇ। ਅਤੇ ਮੈਂ ਇੰਨੇ ਥੋੜ੍ਹੇ ਜਿਹੇ ਸਪੈਨ ਦੇ ਵਿੱਚ ਇੰਨੇ ਸਟੂਡੈਂਟਸ ਗਾਈਡ ਕੀਤੇ ਨੇ, ਔਰ ਬੈਸਟ ਤੋਂ ਬੈਸਟ ਕੰਮ ਕਰਾਉਣ ਦੀ ਮੈਂ ਉਹਨਾਂ ਨੂੰ ਰਿਸਰਚ ਕਰਾਉਣ ਦੀ ਕੋਸ਼ਿਸ਼ ਕੀਤੀ ਹੈ। ਸੋ ਮੈਨੂੰ ਬੜਾ ਦੁੱਖ ਹੈ ਕਿ ਹਿਸਟਰੀ ਡਿਪਾਰਟਮੈਂਟ ਨੇ ਮੇਰੇ ਨਾਲ ਜਸਟਿਸ ਨਹੀਂ ਕੀਤਾ, ਮੇਰੀ ਮਿਹਨਤ ਨੂੰ ਉਹਨਾਂ ਨੇ ਨਜ਼ਰਅੰਦਾਜ਼ ਕਰ ਦਿੱਤਾ। ਇੱਥੋਂ ਤੱਕ ਕਿ ਮੇਰੀ ਕਿਤਾਬ ਨੂੰ ਰੈਫਰੈਂਸ ਬੁੱਕ ਦੇ ਵਿੱਚ ਵੀ ਨਹੀਂ ਪਾਇਆ ਗਿਆ। ਨਕਲ ਮਾਰ ਰਹੇ ਨੇ ਇੱਥੋਂ, ਉਹਨਾਂ ਦੇ ਆਪ ਦੇ ਸਟੂਡੈਂਟਸ ਨਕਲ ਮਾਰ ਰਹੇ ਨੇ, ਪਰ ਮੇਰੀ ਕਿਤਾਬ ਰੈਫਰੈਂਸ ਬੁੱਕ ਦੇ ਵਿੱਚ ਨਹੀਂ ਆਈ, ਜਦੋਂ ਕਿ ਰੈਫਰੈਂਸ ਬੁੱਕ ਦੇ ਵਿੱਚ ਆਉਣੀ ਚਾਹੀਦੀ ਹੈ। ਜੀ ਮੈਮ, ਤੁਸੀਂ ਬਹੁਤ ਸਾਰਾ ਸੰਘਰਸ਼ ਕੀਤਾ ਇਸ ਕਿਤਾਬ ਦੇ ਲਈ, ਜਿਹੜਾ ਹੈ ਆਪਣੇ ਥੀਸਿਸ ਦੇ ਲਈ ਸੰਘਰਸ਼ ਕੀਤਾ। ਜਦੋਂ ਤੁਸੀਂ ਇੰਟਰਵਿਊਜ਼ ਕਰਨ ਜਾਂਦੇ ਸੀ, ਤੁਹਾਡਾ ਪਰਿਵਾਰ ਹੈ ਪਿੱਛੇ, ਤੁਹਾਡੇ ਛੋਟੇ ਛੋਟੇ ਬੱਚੇ ਸੀਗੇ, ਤੁਹਾਨੂੰ ਕਿਹੜੀਆਂ ਹੋਰ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ? ਹਾਂ, ਬੜਾ ਮੁਸ਼ਕਿਲ ਸੀ। ਇੱਕ ਤਾਂ ਮੈਂ ਇਕੱਲੀ ਜਾਂਦੀ ਸੀਗੀ, ਛੋਟੀ ਜਿਹੀ ਉਮਰ ਸੀ ਮੇਰੀ ਕੋਈ, ਨਾਲੇ ਹੁਣ ਤਾਂ ਚਲੋ ਬੱਚੇ ਜਿਹੜੇ ਨੇ ਉਹ ਜਿਹੜਾ ਬਹੁਤ ਸਾਰਾ ਮਟੀਰੀਅਲ ਹੈ ਉਹ ਡਿਜੀਟਲਾਈਜ਼ ਹੋ ਗਿਆ, ਗੂਗਲ 'ਤੇ ਵੀ ਆ ਗਿਆ, ਬਹੁਤ ਸਾਰਾ ਮਟੀਰੀਅਲ ਗੂਗਲ 'ਤੇ ਵੀ ਕਿਤਾਬਾਂ ਡਾਊਨਲੋਡ ਹੋਈਆਂ ਨੇ।
ਤੇ ਸਾਡੇ ਟਾਈਮ ਤੇ ਫੈਸਿਲਿਟੀਜ਼ ਨਹੀਂ ਹੁੰਦੀਆਂ ਸੀ। ਸੋ ਮੈਂ ਇਕੱਲੀ ਜਾਂਦੀ ਸੀਗੀ, ਇੰਟਰਵਿਊ ਲੈਣ ਵੀ ਇਕੱਲੀ ਜਾਂਦੀ ਸੀ। ਬੱਚੇ ਮੇਰੇ ਛੋਟੇ ਛੋਟੇ ਸੀਗੇ ਤੇ ਮੇਰੇ ਇਨ-ਲॉज ਨੇ ਸਾਥ ਦਿੱਤਾ। ਮੇਰੇ ਬੱਚੇ ਉਹਨਾਂ ਕੋਲ ਰਹਿੰਦੇ ਸੀ। 18 ਦਿਨ ਮੈਂ ਲਗਾਤਾਰ ਨੈਸ਼ਨਲ ਆਰਕਾਈਵਸ ਜਾ ਕੇ ਉੱਥੇ ਮੈਂ ਮਟੀਰੀਅਲ ਦੇਖਿਆ, ਸਰਚ ਕੀਤਾ। ਇੱਕ ਫਾਈਲ ਮੈਂ ਜਾ ਕੇ ਉੱਥੇ ਸਰਚ ਕੀਤੀ ਔਰ ਉੱਥੋਂ ਮਟੀਰੀਅਲ ਲੈ ਕੇ ਆਈ ਹਾਂ। ਮੈਂ ਦੇਖਿਆ ਅੱਜ ਕੱਲ੍ਹ ਤਾਂ ਸਟੂਡੈਂਟਸ ਜਿਹੜੇ ਨੇ ਉਹ ਬਹੁਤਾ ਘੱਟ ਹੀ ਉਹ ਕਰਦੇ ਨੇ, ਕੋਈ ਇਹੋ ਜਿਹਾ ਟੌਪਿਕ ਦੇ ਦਿਓ ਜਿਹੜਾ ਇੱਥੇ ਬੈਠੇ ਹੀ ਰਿਸਰਚ ਹੋ ਜਾਏ। ਪਰ ਮੈਂ ਉਹਨਾਂ ਨੂੰ ਹਾਲਾਂਕਿ ਕਹਿੰਦੀ ਹਾਂ ਵੀ ਥੋੜ੍ਹਾ ਜਿਹਾ ਜੇ ਤੁਸੀਂ ਰੇਅਰ ਵਰਕ ਕਰਨਾ ਤਾਂ ਮਿਹਨਤ ਤਾਂ ਕਰਨੀ ਪਏਗੀ। ਜੀ ਬਿਲਕੁਲ, ਧੱਕਾ ਦਿੰਦੀ ਹਾਂ ਉਹਨਾਂ ਨੂੰ, ਕਰਦੇ ਵੀ ਨੇ, ਲੇਕਿਨ ਠੀਕ ਹੈ। ਜੀ ਮੈਮ, ਅੱਜ ਕੱਲ੍ਹ ਜੇਕਰ ਆਪਾਂ ਦੇਖੀਏ ਤਾਂ ਜ਼ਿਆਦਾਤਰ ਨੌਜਵਾਨ ਇਹੀ ਸੋਚਦੇ ਆ ਕਿ ਉਹਨਾਂ ਨੂੰ ਬਣੀ ਬਣਾਈ ਜਿਹੜੀ ਖੀਰ ਮਿਲ ਜਾਵੇ, ਸਿਰਫ ਉਹਦਾ ਸਵਾਦ ਚੱਖ ਲੈਣ। ਬਹੁਤ ਵਾਰੀ ਐਵੇਂ ਹੁੰਦਾ ਕਿ ਇਨਸਾਨ ਜਿਹੜਾ ਹੈ ਮਿਹਨਤ ਕਰਨ ਤੋਂ ਘਬਰਾਉਂਦਾ ਹੈ, ਪਰ ਮਿਹਨਤ ਦਾ ਫਲ ਕਹਿੰਦੇ ਆ ਹਮੇਸ਼ਾ ਮਿੱਠਾ ਹੁੰਦਾ ਆ। ਮੈਮ, ਤੁਸੀਂ ਜਿਹੜਾ ਹੈ ਬਹੁਤ ਸਾਰੇ ਸ਼ੌਂਕ ਵੀ ਰੱਖਦੇ ਹੋ, ਉਹਨਾਂ ਸ਼ੌਂਕਾਂ ਬਾਰੇ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ। ਠੀਕ ਹੈ, ਮੈਨੂੰ ਵੈਸੇ ਬਹੁਤ ਸਾਰੇ ਸ਼ੌਕ ਨੇ। ਮੈਨੂੰ ਕੁਕਿੰਗ ਦਾ ਵੀ ਬਹੁਤ ਸ਼ੌਕ ਹੈ, ਥੋੜ੍ਹਾ ਬਹੁਤ ਕਰਦੀ ਰਹਿੰਦੀ ਹਾਂ ਜਿੰਨਾ ਕੁ ਟਾਈਮ ਮਿਲਦਾ। ਨਿਟਿੰਗ ਦਾ ਵੀ, ਸਟਿਚਿੰਗ ਦਾ ਬਹੁਤ ਸ਼ੌਕ ਹੈ। ਮੈਂ ਐਮਬਰੋਇਡਰੀ ਵੀ ਕਰਦੀ ਰਹੀ ਹਾਂ ਆਪਣੀ ਉਹਦੇ 'ਚ। ਹੁਣ ਤਾਂ ਥੋੜ੍ਹੀਆਂ ਜਿਹੀਆਂ ਅੱਖਾਂ ਖਰਾਬ ਹੋ ਗਈਆਂ ਨੇ ਪੜ੍ਹ ਕੇ। ਅਤੇ ਅੱਜ ਕੱਲ੍ਹ ਮੈਨੂੰ ਫੋਟੋਗ੍ਰਾਫੀ ਦਾ ਬੜਾ ਸ਼ੌਕ ਹੈ। ਮੈਂ ਫੋਟੋਗ੍ਰਾਫੀ ਕਰਕੇ ਆਪਣੇ ਗੁੱਡ ਮਾਰਨਿੰਗ ਮੈਸੇਜ ਜਿਹੜੇ ਨੇ ਆਪ ਕ੍ਰੀਏਟ ਕਰਦੀ ਹਾਂ। ਅਤੇ ਦੂਜਾ ਮੈਨੂੰ ਹੁਣ ਥੋੜ੍ਹਾ ਪੋਇਮਸ ਲਿਖਣ ਦਾ, ਕਿਉਂਕਿ ਮੈਂ ਐਕੈਡੈਮਿਕ ਵਰਕ ਤੋਂ ਫ੍ਰੀ ਹੋ ਗਈ ਅਤੇ ਮੈਂ ਪੋਇਟਰੀ ਲਿਖਣ ਦਾ ਵੀ ਮੈਨੂੰ ਥੋੜ੍ਹਾ ਜਿਹਾ ਸ਼ੌਕ ਹੈ। ਵੈਸੇ ਪਹਿਲੇ ਵੀ ਮੈਂ ਲਿਖਦੀ ਰਹਿੰਦੀ ਸੀ। ਮੈਂ 9th ਕਲਾਸ ਵਿੱਚ ਸੀ ਜਦੋਂ ਮੇਰੀ ਪਹਿਲੀ ਕਵਿਤਾ ਲੋਟਪੋਟ ਵਿੱਚ ਛਪੀ ਸੀ। ਉਦੋਂ ਤਾਂ ਕੋਈ ਬਹੁਤਾ ਇੰਨਾ ਸਿਸਟਮ ਵੀ ਨਹੀਂ ਸੀ ਹੁੰਦਾ, ਪਰ ਉਹ ਮੇਰੇ ਕੋਲ ਇੱਕ ਲੋਟਪੋਟ ਮੈਗਜ਼ੀਨ ਸੀ। ਮੈਂ ਉੱਥੋਂ ਐਡਰੈਸ ਦੇਖ ਕੇ, ਮੇਰੇ ਖਿਆਲ ਉਸ ਵੇਲੇ ਮੇਰੀ ਉਮਰ ਵੀ ਸ਼ਾਇਦ 13 ਸਾਲ ਦੀ ਸੀ, ਅਤੇ ਮੈਂ ਉੱਥੋਂ ਕਵਿਤਾ ਉਹ ਕਰਕੇ ਲਿਖ ਕੇ ਆਪਣੀ, ਅਤੇ ਮੈਂ ਲੋਟਪੋਟ ਦੇ ਵਿੱਚ ਭੇਜੀ। ਫਿਰ ਉਹਨਾਂ ਨੇ ਮੈਨੂੰ 10 ਰੁਪਏ ਮਨੀ ਆਰਡਰ ਭੇਜਿਆ ਸੀਗਾ। ਦੈਟ ਵਾਜ਼ ਮਾਈ ਫਸਟ ਪੋਇਮ। ਪਰ ਹੁਣ ਮੈਂ ਜਿਹੜੀਆਂ ਲਿਖ ਰਹੀ ਹਾਂ ਉਹ ਕੁਝ ਥੋੜ੍ਹਾ ਜਿਹਾ ਮੈਂ ਫੇਸਬੁੱਕ 'ਤੇ ਪਾ ਦਿੰਦੀ ਹਾਂ, ਕੁਝ ਮੈਂ ਅਖਬਾਰਾਂ ਨੂੰ ਭੇਜ ਰਹੀ ਹਾਂ। ਸੋ ਮੈਂ ਆਪਣਾ ਜਿਹੜਾ ਲਿਖਣ ਦਾ ਸ਼ੌਕ ਹੈ ਅਤੇ ਉਹ ਮੈਂ ਪੂਰਾ ਕਰ ਰਹੀ ਹਾਂ, ਕਿਉਂਕਿ ਹੁਣ ਮੈਂ ਫ੍ਰੀ ਹਾਂ। ਜੀ ਮੈਮ, ਆਪਣੀ ਕਿਸੇ ਕਵਿਤਾ ਦੀ ਸਾਂਝ ਸਾਡੇ ਦਰਸ਼ਕਾਂ ਦੇ ਨਾਲ ਜ਼ਰੂਰ ਪਾਓ ਤੁਸੀਂ। ਮੈਂ ਹੁਣੇ ਰੀਸੈਂਟਲੀ ਇੱਕ ਕਵਿਤਾ ਲਿਖੀ ਹੈ, ਜਿਹੜੀ ਮੇਰੀ ਲਾਸਟ ਮੇਰੇ ਹਸਬੈਂਡ ਦੇ ਨਾਲ ਸੀ, ਜਦੋਂ ਉਹਨਾਂ ਦੀ 28 ਸਤੰਬਰ ਨੂੰ ਡੈਥ ਹੋਈ ਹੈ। ਅਤੇ ਜਿਹੜੀ 27 ਸਤੰਬਰ ਦੀ 1981 ਦੇ ਵਿੱਚ ਉਹਨਾਂ ਦੀ ਡੈਥ ਹੋਈ ਹੈ। ਉਹ ਜਿਹੜੀ 27 ਸਤੰਬਰ 81 ਦੀ ਜਿਹੜੀ ਰਾਤ ਸੀ, ਉਹ ਸਾਡੀ ਲਾਈਫ ਦੀ ਆਖਰੀ ਰਾਤ ਸੀ। ਅਤੇ ਮੈਂ ਉਸ ਦੇ ਉੱਤੇ ਇੱਕ ਦਿਨ ਮੈਂ ਬੜੀ, ਕਿਉਂਕਿ ਜਦੋਂ ਕਈ ਵਾਰੀ ਮੈਂ ਬੜੀ ਸੈਡ ਫੀਲ ਕਰਦੀ ਹਾਂ, ਮੈਨੂੰ ਜ਼ਿਆਦਾ ਇਮੋਸ਼ਨਲ ਹੋ ਜਾਂਦੀ, ਕਿਉਂਕਿ ਵੈਕਿਊਮ ਤਾਂ ਜ਼ਿੰਦਗੀ ਦੇ ਵਿੱਚ ਹਮੇਸ਼ਾ ਲਈ ਹੈ। ਅਤੇ ਪਰ ਜੋ ਮੈਂ ਥੋੜ੍ਹਾ ਜਿਹਾ ਸੈਡ ਸੀ, ਮੈਂ ਉਹ ਕਵਿਤਾ ਲਿਖੀ। ਉਹ ਕਵਿਤਾ ਇਸ ਤਰ੍ਹਾਂ ਹੈ, ਉਹਦਾ ਮੈਂ ਟਾਈਟਲ ਹੀ ਇਹੀ ਰੱਖਿਆ, ਆਖਰੀ ਰਾਤ, ਕਿਉਂਕਿ ਉਹ ਸਾਡੀ 27 ਸਤੰਬਰ 81 ਜਿਹੜੀ ਹੈ ਉਹ ਮੇਰੀ ਆਖਰੀ ਰਾਤ ਸੀ ਆਪਣੇ ਹਸਬੈਂਡ ਦੇ ਨਾਲ। ਔਰ ਅਸੀਂ ਉਸ ਵੇਲੇ ਲਖਨਊ ਦੇ ਵਿੱਚ ਪੋਸਟਡ ਸੀਗੇ, ਲਖਨਊ ਰਹਿ ਰਹੇ ਸੀ। ਅਤੇ ਉਹ ਕਵਿਤਾ ਹੈ, वो रात बहुत हसीन थी, वो रात बहुत हसीन थी नवाबों के शहर में। लखनऊ जड़ा उन्होंने नवाबों का शहर कहते हैं। वो रात बहुत हसीन थी नवाबों के शहर में, वो तुम्हारी आखिरी रात थी, क्योंकि उन्होंने आखिरी रात थी। वो तुम्हारी आखिरी रात थी, तुम्हारे और मेरे प्रेम की वो आखिरी रात थी, वो हमारी आखिरी रात थी नवाबों के शहर में, वो हमारी आखिरी रात थी। रात के लिखे तरानों को दिन के उजाले ने धो डाला, रात के लिखे तरानों को दिन के उजालों ने धो डाला, वैरी तरकश के तीरों ने तुमको छलनी कर डाला, वैरी तरकश के तीरों ने तुमको छलनी कर डाला, तुम रक्त स्राव में भीग गए, क्योंकि उन्होंने किसी ने गोली मारी सी तो सारे उस वेले ही वॉज इन ए पूल ऑफ ब्लड। तुम रक्त स्राव में भीग गए, मैं गम के सैलाब में डूब गई, तुम रक्त स्राव में भीग गए, मैं गम के सैलाब में डूब गई, दिन के भयावह उजाले ने मेरा सब कुछ छीन लिया, दिन के भयावह उजाले ने मेरा सब कुछ लूट लिया, तुम चिर निद्रा में लीन हुए, हमेशा नहीं सो गए, तुम चिर निद्रा में लीन हुए, मैं परले में विलीन हुई, मैं परले में विलीन हुई, मैं खौफज़दा थी, मैं स्तब्ध थी, मैं मूक थी, मैं निशब्द थी, मैं निष्प्राण हुई,
मैं निष्प्राण कुछ ना कर पाई, तुम गोमती के किनारे छूट गए, नवाबों के शहर से मैं शून्य होकर लौट आई, मैं शून्य होकर लौट आई। सो ये मेरी आखिरी ਉਹਨਾਂ ਦੇ ਉੱਤੇ ਕਵਿਤਾ ਸੀ, ਕਿਉਂਕਿ ਅਸੀਂ ਉੱਥੇ ਹੀ ਉਹਨਾਂ ਨੂੰ ਲਖਨਊ ਦੇ ਵਿੱਚ ਹੀ ਗੋਮਤੀ ਦੇ ਕਿਨਾਰੇ ਅਸੀਂ ਉੱਥੇ ਕ੍ਰੀਮੇਟ ਕਰ ਦਿੱਤਾ, ਕਿਉਂਕਿ ਉੱਥੇ ਪੁਲਿਸ ਵਾਲਿਆਂ ਨੇ ਸਾਨੂੰ ਇੱਥੇ ਲਿਆਉਣ ਦੀ ਇਜਾਜ਼ਤ ਨਹੀਂ ਦਿੱਤੀ। ਹੋਏ ਵੀ ਜੇ ਉਹਨਾਂ ਨੂੰ ਲੈ ਕੇ ਜਾਣਗੇ ਅਤੇ ਉੱਥੇ ਕਿਤੇ ਕੋਈ ਪੋਸਟਮਾਰਟਮ ਕਰਾਉਣਗੇ ਜਾਂ ਕੁਝ ਕਰਾਉਣਗੇ, ਉੱਥੇ ਉਹਨਾਂ ਨੇ ਗੋਮਤੀ ਦੇ ਕਿਨਾਰੇ ਹੀ ਅਸੀਂ ਉਹਨਾਂ ਨੂੰ ਕ੍ਰੀਮੇਟ ਕਰਤਾ, ਇੱਥੇ ਲਿਆਉਣ ਦੀ ਇਜਾਜ਼ਤ ਨਹੀਂ ਦਿੱਤੀ। ਸੋ ਮੈਂ ਖਾਲੀ ਹੱਥ ਉੱਥੋਂ ਵਾਪਸ ਆ ਗਈ। ਸੋ ਇਹ ਮੇਰੀ ਜਿਹੜੀ ਲਾਈਫ ਹੈ, ਇਹ ਇੱਕ ਬੜਾ ਹੀ ਸੈਡ ਜ਼ਿੰਦਗੀ ਦਾ ਮੇਰਾ ਅਫੇਅਰ ਹੈ, ਜਿਹਨੂੰ ਮੈਂ ਇਸ ਪੋਇਮ ਦੇ ਵਿੱਚ ਥੋੜ੍ਹੇ ਸ਼ਬਦਾਂ ਦੇ ਵਿੱਚ ਉਤਾਰਿਆ। ਕਹਿਣ ਵਾਸਤੇ ਬਹੁਤ ਕੁਛ ਹੈ, ਪਰ ਇੰਨੀ ਮੇਰੀ ਹਿੰਮਤ ਨਹੀਂ ਹੈ ਕਿ ਮੈਂ ਕੁਝ ਹੋਰ ਤੁਹਾਨੂੰ ਸ਼ਬਦ ਕਹਿ ਸਕਾਂ। ਜੀ, ਤੁਸੀਂ ਆਪਣੇ ਦਰਦ ਨੂੰ ਜਿਹੜਾ ਸ਼ਬਦਾਂ ਦੇ ਵਿੱਚ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਕਦੇ ਵੀ ਇਨਸਾਨ ਜਿਹੜਾ ਆਪਣੇ ਦਰਦ ਨੂੰ ਸ਼ਬਦਾਂ ਰਾਹੀਂ ਬਿਆਨ ਹੀ ਨਹੀਂ ਕਰ ਸਕਦਾ। ਤੁਹਾਡੇ ਅੰਦਰ ਬਹੁਤ ਸਾਰਾ ਦਰਦ ਪਿਆ ਹੋਇਆ ਆ। ਮੰਜੂ ਵਰਮਾ ਜੀ, ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕੀਤਾ ਆ। ਤੁਸੀਂ ਆਪਣੇ ਜਿਹੜਾ ਹੈ ਪਰਿਵਾਰ ਦੇ ਇੱਕ ਜੀਅ ਨੂੰ ਖੋਇਆ ਸੀਗਾ, ਅਤੇ ਉਸ ਤੋਂ ਬਾਅਦ ਤੁਸੀਂ ਵਾਪਸ ਇੱਥੇ ਆਏ। ਇੱਥੇ ਤੁਹਾਨੂੰ ਨੌਕਰੀ ਲਈ ਬਹੁਤ ਸਾਰੀਆਂ ਦਿੱਕਤਾਂ ਦਾ ਜਿਹੜਾ ਹੈ ਸਾਹਮਣਾ ਕਰਨਾ ਪਿਆ। ਮੰਜੂ ਵਰਮਾ ਜੀ, ਤੁਸੀਂ ਜਦੋਂ PhD ਕੀਤੀ ਉਦੋਂ ਸੰਘਰਸ਼ ਕੀਤਾ, ਹੁਣ ਤੁਸੀਂ ਬੱਚਿਆਂ ਨੂੰ PhD ਕਰਵਾ ਰਹੇ ਹੈਗੇ ਹੋ। ਤੁਸੀਂ ਦੋਵਾਂ ਸਮਿਆਂ ਦੇ ਵਿੱਚ ਕੀ ਅੰਤਰ ਵੇਖਦੇ ਹੋ? ਦੇਖੋ, ਮੈਂ ਤੇ ਜਿਹੜੇ ਮੇਰੇ ਸਟੂਡੈਂਟਸ 8 ਸਟੂਡੈਂਟਸ PhD ਕਰ ਚੁੱਕੇ ਨੇ, ਅਤੇ ਇਸ ਵੇਲੇ 5 ਸਟੂਡੈਂਟਸ ਮੇਰੇ ਕੋਲ ਹੋਰ ਨੇ। ਔਰ ਹੁਣ ਕਿਉਂਕਿ UGC ਨੇ 70 ਸਾਲ ਤੱਕ ਕੋ ਸੁਪਰਵਾਈਜ਼ਰ ਬਣਨ ਦੀ ਇਜਾਜ਼ਤ ਦੇ ਦਿੱਤੀ ਹੈ, ਅਤੇ ਬੱਚੇ ਮੇਰੇ ਕੋਲ ਸਟੂਡੈਂਟਸ ਹਾਲੇ ਵੀ ਆ ਰਹੇ ਨੇ। ਸ਼ਾਇਦ ਉਹਨਾਂ ਨੂੰ ਲੱਗ ਰਿਹਾ ਕਿ ਮੈਂ ਸਟੂਡੈਂਟਸ ਨਾਲ ਕੋਆਪਰੇਟ ਕਰਦੀ ਹਾਂ, ਮੈਂ ਉਹਨਾਂ ਨੂੰ ਮੋਟੀਵੇਟ ਕਰਦੀ ਹਾਂ, ਔਰ ਮੇਰੀ ਪੂਰੀ ਕੋਸ਼ਿਸ਼ ਰਹਿੰਦੀ ਹੈ ਕਿ ਮੈਂ ਸਟੂਡੈਂਟਸ ਨੂੰ ਮੋਟੀਵੇਟ ਕਰਾਂ ਕਿ ਉਹ ਸੋਰਸਿਸ ਦੇ ਵਿੱਚੋਂ ਮਟੀਰੀਅਲ ਲੈਣ, ਔਰ ਇੱਧਰੋਂ ਉੱਧਰੋਂ ਕਿੱਥੋਂ ਮਟੀਰੀਅਲ ਜਿਹੜਾ ਉਹ ਇਕੱਠਾ ਕਰਕੇ ਨਕਲ ਨਾ ਮਾਰਨ। ਕਿਉਂਕਿ ਨੋਰਮਲੀ ਬੱਚੇ ਕੀ ਕਰਦੇ ਨੇ, ਉਹ ਸ਼ਾਰਟਕਟ ਕਰਦੇ ਨੇ ਵੀ ਇੱਧਰੋਂ ਉੱਧਰੋਂ ਮਟੀਰੀਅਲ ਕਿਸੇ ਕਿਤਾਬਾਂ ਵਿੱਚੋਂ ਐਜ਼ ਇਟ ਇਜ਼ ਹੀ ਉਹ ਜਿਹੜੇ ਪ੍ਰਾਇਮਰੀ ਸੋਰਸਿਸ ਨੇ ਉਹਨਾਂ ਨੂੰ ਚੁੱਕ ਲੈਂਦੇ ਨੇ, ਉਹਨਾਂ ਨੂੰ ਜਿਹੜਾ ਹੈ ਉਹ ਲਿਖ ਦਿੰਦੇ ਨੇ। ਅਤੇ ਮੈਂ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਨਹੀਂ, ਤੁਸੀਂ ਆਪਣੇ ਆਪ ਜਾ ਕੇ ਮਟੀਰੀਅਲ ਲੈ ਕੇ ਆਓ, ਔਰ ਉੱਥੇ ਤੁਸੀਂ ਦੇਖੋ, ਸ਼ਾਇਦ ਤੁਹਾਨੂੰ ਉਹਦੇ ਵਿੱਚੋਂ ਕੋਈ ਹੋਰ ਨਵੀਂ ਗੱਲ ਪਤਾ ਚੱਲੇ। ਕਰਨ ਦੀ ਕੋਸ਼ਿਸ਼ ਕਰੀਦੀ ਹੈ, ਪਰ ਇਹ ਹੈ ਕਿ ਸਾਡੇ ਟਾਈਮ ਜਿਹੜਾ ਹੈ ਉਹ ਇੰਨਾ ਡਿਜੀਟਲ ਮੀਡੀਆ ਵੀ ਨਹੀਂ ਸੀਗਾ, ਔਰ ਗੂਗਲ ਵੀ ਨਹੀਂ ਸੀਗਾ। ਹੁਣ ਗੂਗਲ ਨਾਲ ਬੜੀ ਲੋਕਾਂ ਨੂੰ, ਬੱਚਿਆਂ ਨੂੰ ਜਿਹੜੀ ਹੈ ਸਹੂਲੀਅਤ ਮਿਲ ਜਾਂਦੀ ਹੈ, ਔਰ ਜਿਹੜੇ ਆਰਕਾਈਵਜ਼ ਨੇ ਉਹਨਾਂ ਵਿੱਚ ਵੀ ਤੁਹਾਨੂੰ ਪਤਾ ਕਿ ਹੁਣ ਉਹਨਾਂ ਨੇ ਡਿਜੀਟਲਾਈਜ਼ ਕਰ ਦਿੱਤਾ ਹੈ। ਟ੍ਰਿਬਿਊਨ ਨੇ ਵੀ ਆਪਣਾ ਮਟੀਰੀਅਲ ਡਿਜੀਟਲਾਈਜ਼ ਕਰ ਦਿੱਤਾ ਹੈ, ਅਤੇ ਸਾਡੇ ਟਾਈਮ ਇਹ ਸਾਰਾ ਡਿਜੀਟਲਾਈਜ਼ ਨਹੀਂ ਹੁੰਦਾ ਸੀ। ਸਾਨੂੰ ਤਾਂ ਆਪ ਉੱਥੇ ਜਾਣਾ ਪੈਂਦਾ ਸੀ, ਔਰ ਜਾ ਕੇ ਉੱਥੇ ਮਟੀਰੀਅਲ ਸਰਚ ਕਰਨਾ ਪੈਂਦਾ ਸੀ। ਮੇਰੇ ਖਿਆਲ ਮੈਂ ਤਾਂ ਪਤਾ ਨਹੀਂ ਕਿੰਨੇ ਹੀ ਦਿਨ ਉੱਥੇ ਟ੍ਰਿਬਿਊਨ ਦੇ ਵਿੱਚ ਸਪੈਂਡ ਕੀਤੇ ਨੇ। ਮੈਂ ਇੰਨਾ ਟ੍ਰਿਬਿਊਨ ਤੋਂ ਮਟੀਰੀਅਲ ਇਕੱਠਾ ਕੀਤਾ, ਔਰ ਟ੍ਰਿਬਿਊਨ ਬੈਸਟ ਸੋਰਸ ਹੈ ਪੰਜਾਬ ਦੀ ਹਿਸਟਰੀ ਨੂੰ ਜਾਣਨ ਵਾਸਤੇ। ਉੱਥੋਂ ਇੰਨਾ ਉਹਨਾਂ ਤੋਂ ਮੈਂ ਮਟੀਰੀਅਲ ਲਿੱਤਾ ਕਿ ਮੈਂ ਬੱਚਿਆਂ ਨੂੰ ਮੋਟੀਵੇਟ ਕਰਦੀ ਹਾਂ ਕਿ ਉਹ ਟ੍ਰਿਬਿਊਨ ਜਾਣ, ਉੱਥੇ ਬੈਠਣ, ਉਹਨਾਂ ਦੇ ਮਟੀਰੀਅਲ ਲੈਣ, ਪੰਜਾਬੀ ਦੀਆਂ ਅਖਬਾਰਾਂ ਲੈਣ। ਮੈਂ ਵੈਸੇ ਉੱਥੇ ਨਹਿਰੂ ਮੈਮੋਰੀਅਲ ਮਿਊਜ਼ੀਅਮ ਹੈ ਤੀਨ ਮੂਰਤੀ ਦੇ ਵਿੱਚ, ਨਵੀਂ ਦਿੱਲੀ, ਉੱਥੋਂ ਮੈਂ ਹੋਰ ਵੀ ਕਈ ਅਖਬਾਰਾਂ ਸਰਚ ਕੀਤੀਆਂ ਸੀ। ਉੱਥੋਂ ਮੈਂ ਜਿਹੜੀਆਂ ਕਾਂਗਰਸ ਦੀਆਂ ਰਿਪੋਰਟਸ ਸੀ ਉਹ ਵੀ ਸਰਚ ਕੀਤੀਆਂ, ਅਦਰ ਦੈਨ ਮੇਰੇ ਪਰਸਨਲ ਇੰਟਰਵਿਊਜ਼। ਸੋ ਬੱਚੇ ਜਿਹੜੇ ਨੇ ਹੁਣ ਉਹ ਥੋੜ੍ਹਾ ਜਿਹਾ ਇੰਨੇ ਜ਼ਿਆਦਾ, ਕਈ ਹੈ ਵੀ ਨੇ, ਕਈ ਬੱਚੇ ਤਾਂ ਬਹੁਤ ਸਮਝਦਾਰ ਨੇ ਔਰ ਬੜੇ ਸੀਰੀਅਸ ਨੇ, ਕਈ ਥੋੜ੍ਹਾ ਇੱਧਰੋਂ ਉੱਧਰੋਂ ਮਟੀਰੀਅਲ ਇਕੱਠਾ ਵੀ ਕਰ ਲੈਂਦੇ ਨੇ ਜੀ। ਉਹਨਾਂ ਨੂੰ ਕਰੀਦਾ ਮੋਟੀਵੇਟ ਵੀ ਤੁਸੀਂ ਇਕੱਠਾ ਕਰੋ ਮਟੀਰੀਅਲ। ਹਾਂਜੀ ਮੈਮ, ਤੁਸੀਂ ਜਿਹੜਾ ਹੈ ਪੰਜਾਬ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਦੇ ਅਹੁਦੇ ਤੋਂ ਰਿਟਾਇਰਡ ਹੋਏ ਹੋ, ਤੁਹਾਡੇ ਭਵਿੱਖ ਦੀਆਂ ਕੀ ਯੋਜਨਾਵਾਂ ਨੇ? ਭਵਿੱਖ ਦੇ ਵਿੱਚ ਤੁਸੀਂ ਕੀ ਕੀ ਕਰਨਾ ਚਾਹੁੰਦੇ ਹੋ? ਵੈਸੇ ਤਾਂ ਮੈਂ VC ਸਾਹਿਬ ਨੂੰ ਮੇਰੀ ਰਿਕੁਐਸਟ ਸੀ, ਜਦੋਂ ਮੈਨੂੰ ਉਹਨਾਂ ਨੇ ਸਨਮਾਨਿਤ ਕੀਤਾ ਪਿਛਲੇ ਸਾਲ 5 ਸੈਪਟੰਬਰ ਨੂੰ, ਅਤੇ ਮੈਂ ਉਹਨਾਂ ਨੂੰ ਇੱਕ ਰਿਕੁਐਸਟ ਕੀਤੀ ਸੀ ਵੀ ਜ਼ਰੂਰੀ ਨਹੀਂ ਕਿ ਤੁਸੀਂ ਸਾਨੂੰ ਤਨਖਾਹ ਦਿਓ, ਤਨਖਾਹ ਅਸੀਂ ਲੈ ਚੁੱਕੇ ਹਾਂ ਤੁਹਾਡੇ ਕੋਲੋਂ, ਆਪਣੀ ਸਰਵਿਸ ਦੀ ਤਨਖਾਹ ਲੈ ਚੁੱਕੇ ਹਾਂ, ਹੁਣ ਚਲੋ ਪੈਨਸ਼ਨ ਵੀ ਮਿਲੇਗੀ, ਅਤੇ ਪਰ ਤੁਸੀਂ ਸਾਨੂੰ ਕਿਸੇ ਨਾ ਕਿਸੇ ਉਹਦੇ 'ਚ ਐਸੋਸੀਏਟ ਕਰਦੇ ਰਹੋ। ਫ੍ਰੀ ਆਫ ਕਾਸਟ ਅਸੀਂ ਆਪਣੀਆਂ ਸਰਵਿਸਿਜ਼ ਦਿਆਂਗੇ, ਤਾਂ ਕਿ ਅਸੀਂ ਸਟੂਡੈਂਟਸ ਨੂੰ, ਜਿਹੜੇ ਇੰਨੇ ਸਾਲਾਂ ਦਾ ਸਾਡਾ ਐਕਸਪੀਰੀਅੰਸ ਹੈ, ਮੈਂ 38 ਸਾਲ ਸਰਵਿਸ ਕੀਤੀ ਹੈ ਪੰਜਾਬ ਯੂਨੀਵਰਸਿਟੀ ਦੇ ਵਿੱਚ, ਔਰ 3 ਸਾਲ ਮੇਰੀ MCM DAV ਕਾਲਜ ਦੀ ਵੀ ਹੈ, ਅਤੇ ਅਸੀਂ ਕੁਛ ਨਾ ਕੁਛ ਆਪਣੀ ਵੱਲੋਂ ਦਿੰਦੇ ਰਹੀਏ ਯੂਨੀਵਰਸਿਟੀ ਨੂੰ, ਆਪਣੀਆਂ ਕੰਟਰੀਬਿਊਸ਼ਨ ਦਿੰਦੇ ਰਹੀਏ, ਸਟੂਡੈਂਟਸ ਨੂੰ ਅਸੀਂ ਕੰਟਰੀਬਿਊਟ ਕਰਦੇ ਰਹੀਏ। ਵੈਸੇ ਮੇਰਾ ਇੱਕ ਹੋਰ ਵੀ ਮਨ ਹੈ ਕਿ ਮੈਂ ਜਿਹੜੇ ਪੰਜਾਬ ਦੇ ਵਿੱਚ ਜਿਹੜੀਆਂ ਸਾਡੀਆਂ ਲੇਡੀਜ਼ ਨੇ, ਪੇਂਡੂ ਔਰਤਾਂ ਨੇ, ਉਹਨਾਂ ਨੂੰ ਮੈਂ ਦੇਖ ਕੇ, ਮੈਂ ਹੁਣ ਤਾਂ ਇਹ ਕਿਉਂਕਿ ਲੋਕਡਾਊਨ ਕਰਕੇ ਕਿੱਥੇ ਜਾ ਨਹੀਂ ਸਕੇ,
ਮੈਂ ਹਰ ਮਹੀਨੇ ਤਕਰੀਬਨ ਕੋਈ ਨਾ ਕੋਈ ਲੈਕਚਰ ਦੇਣ ਪੰਜਾਬ ਦੇ ਵਿੱਚ ਜਾਂਦੀ ਰਹਿੰਦੀ ਹਾਂ। ਅਤੇ ਜਦੋਂ ਮੈਂ ਉੱਥੋਂ ਵਾਪਸ ਆਉਂਦੀ ਹਾਂ, ਕਿਉਂਕਿ ਮੈਂ ਟੈਕਸੀ ਉੱਤੇ ਹੁੰਦੀ ਹਾਂ, ਅਤੇ ਰਸਤੇ ਵਿੱਚ ਮੈਂ ਕੋਈ ਨਾ ਕੋਈ ਫੋਟੋਗ੍ਰਾਫਸ ਕਲਿੱਕ ਕਰਦੀ ਆਉਂਦੀ ਹਾਂ, ਅਤੇ ਮੈਂ ਉੱਥੇ ਦੇਖਦੀ ਹਾਂ ਕਿ ਰਸਤੇ ਵਿੱਚ ਕੋਈ ਪਿੰਡ ਨਹੀਂ ਹੈ ਔਰ ਉੱਥੇ ਔਰਤਾਂ ਜਿਹੜੀਆਂ ਪੇਂਡੂ ਔਰਤਾਂ ਨੇ ਉੱਥੇ ਪੈਦਲ ਤੁਰੀਆਂ ਜਾ ਰਹੀਆਂ ਨੇ, ਮੀਲੋਂ ਮੀਲ ਤੁਰੀਆਂ ਜਾ ਰਹੀਆਂ ਨੇ। ਸਿਰ ਦੇ ਉੱਤੇ ਉਹਨਾਂ ਨੇ ਘਾਹ ਦੀ ਪੰਡ ਰੱਖੀ ਹੁੰਦੀ ਹੈ ਅਤੇ ਪੈਰਾਂ ਦੇ ਵਿੱਚ ਉਹਨਾਂ ਨੇ ਟੁੱਟੀਆਂ ਚੱਪਲਾਂ ਪਾਈਆਂ ਹੁੰਦੀਆਂ ਨੇ। ਅਤੇ ਮੈਨੂੰ ਉਹ ਚੀਜ਼ ਇੰਨੀ ਜ਼ਿਆਦਾ ਚੁਭਦੀ ਹੈ ਕਿ ਸਾਡਾ ਦੇਸ਼ ਜਿਹੜਾ ਉਹ ਡਿਜੀਟਲ ਹੋ ਰਿਹਾ ਇੱਕ ਪਾਸੇ, ਅਤੇ ਇਹ ਮੇਰੇ ਪਿੰਡ ਦੀਆਂ ਔਰਤਾਂ, ਮੇਰੇ ਪੰਜਾਬ ਦੀਆਂ ਔਰਤਾਂ, ਅਤੇ ਇਹਨਾਂ ਕੋਲ ਤਾਂ ਚੱਪਲ ਵੀ ਨਹੀਂ ਹੈਗੀ ਪਾਉਣ ਵਾਸਤੇ। ਇਹ ਕਿੰਨੀਆਂ ਮੀਲੋਂ ਮੀਲ ਪੈਦਲ ਚੱਲੀਆਂ ਜਾ ਰਹੀਆਂ ਨੇ, ਅਤੇ ਵਿਚਾਰੀਆਂ ਇਹਨਾਂ ਵਾਸਤੇ ਕਿਉਂ ਨਹੀਂ ਅਸੀਂ ਕੁਝ ਕਰਦੇ। ਅਤੇ ਮੇਰਾ ਬੜਾ ਦਿਲ ਹੈ ਕਿ ਮੈਨੂੰ ਕੋਈ ਇਹੋ ਜਿਹਾ ਪਲੇਟਫਾਰਮ ਮਿਲੇ ਕਿ ਜਿੱਥੇ ਮੈਂ ਪਿੰਡ ਦੀਆਂ ਔਰਤਾਂ ਨੂੰ ਕੋਈ ਇਹੋ ਜਿਹੀ ਚੀਜ਼ ਸਿਖਾ ਸਕਾਂ ਕਿ ਜਦੋਂ ਉਹ ਖੇਤੀ ਦੇ ਵਿੱਚ ਕੰਮ ਕਰਦੀਆਂ ਨੇ, ਜਦੋਂ ਆਫ ਸੀਜ਼ਨ ਹੁੰਦਾ, ਖੇਤਾਂ ਦੇ ਵਿੱਚ ਕੰਮ ਨਹੀਂ ਹੁੰਦਾ, ਅਤੇ ਕਿਉਂਕਿ ਜਿੱਦਾਂ ਹੁਣ ਮੋਦੀ ਜੀ ਨੇ ਮੇਕ ਇਨ ਇੰਡੀਆ ਸ਼ੁਰੂ ਕੀਤਾ ਸੀ, ਬੜੀ ਅੱਛੀ ਮੋਦੀ ਜੀ ਦੀ ਸਕੀਮ ਹੈ ਮੇਕ ਇਨ ਇੰਡੀਆ ਦੀ, ਪਰ ਮੈਂ ਉਸੇ ਮੇਕ ਇਨ ਇੰਡੀਆ ਦੇ ਵਿੱਚ ਇੱਕ ਹੋਰ ਚੀਜ਼ ਜੋੜ ਰਹੀ ਹਾਂ ਕਿ ਕਿਉਂ ਨਾ ਅਸੀਂ ਪਿੰਡਾਂ ਦੇ ਵਿੱਚ ਇਹਨਾਂ ਜਿਹੜੀਆਂ ਪੇਂਡੂ ਔਰਤਾਂ ਨੇ, ਇਹਨਾਂ ਨੂੰ ਮੇਕ ਇਨ ਇੰਡੀਆ ਦੇ ਤਹਿਤ ਉਹਨਾਂ ਨੂੰ ਕੋਈ ਅਚਾਰ ਬਣਾਉਣਾ, ਕੋਈ ਮੁਰੱਬੇ ਬਣਾਉਣਾ, ਜਿਹੜੇ ਸੀਜ਼ਨਲ ਫਰੂਟ ਨੇ ਉਹਨਾਂ ਨੂੰ ਯੂਜ਼ ਕਰਨਾ, ਉਹਨਾਂ ਨੂੰ ਕੋਈ ਟ੍ਰੇਨਿੰਗ ਦੇਈਏ, ਜਾਂ ਉਹਨਾਂ ਨੂੰ ਐਮਬਰਾਇਡਰੀ ਸਿਖਾਈਏ, ਜਾਂ ਉਹਨਾਂ ਨੂੰ ਕੋਈ ਕਰਾਫਟ ਦੀਆਂ ਚੀਜ਼ਾਂ ਸਿਖਾਈਏ, ਕੋਈ ਮਿੱਟੀ ਦੇ ਕੋਈ ਖਿਡੌਣੇ, ਕੋਈ ਮਿੱਟੀ ਦੇ ਬਰਤਨ, ਜਿਹੜੀਆਂ ਕਿ ਕੋਈ ਪੀੜ੍ਹੀਆਂ, ਕੋਈ ਆਰਟਿਸਟਿਕ ਚੀਜ਼ਾਂ ਉਹਨਾਂ ਨੂੰ ਬਣਾਉਣੀਆਂ ਸਿਖਾਈਏ। ਉਹ ਮੈਂ ਦੇਖਿਆ ਕਿ ਪਿੰਡ ਦੀਆਂ ਔਰਤਾਂ ਕਰਨਾ ਚਾਹੁੰਦੀਆਂ ਨੇ, ਪਰ ਉਹਨਾਂ ਨੂੰ ਦਿਸ਼ਾ ਨਹੀਂ ਹੈਗੀ, ਉਹਨਾਂ ਨੂੰ ਨਹੀਂ ਪਤਾ, ਉਹ ਮਾਰਕੀਟਿੰਗ ਨਹੀਂ ਕਰ ਸਕਦੀਆਂ, ਉਹ ਸਮਾਨ ਨਹੀਂ ਖਰੀਦ ਸਕਦੀਆਂ। ਅਤੇ ਮੈਂ ਚਾਹੁੰਦੀ ਹਾਂ ਕਿ ਕੋਈ ਇਹੋ ਜਿਹਾ ਮੈਨੂੰ ਪਲੇਟਫਾਰਮ ਮਿਲੇ, ਕੋਈ NGOs ਹੋਣ ਕਿ ਅਸੀਂ ਉਹਨਾਂ ਨੂੰ ਸਮਾਨ ਖਰੀਦ ਕੇ ਉਹਨਾਂ ਕੋਲੋਂ ਬਣਵਾਈਏ ਅਤੇ ਅੱਗੇ ਮਾਰਕੀਟਿੰਗ ਕਰਕੇ ਅਸੀਂ ਆਪ ਵੇਚੀਏ, ਤਾਂ ਕਿ 4 ਪੈਸੇ ਉਹਨਾਂ ਦੇ ਵੀ ਬਣਨ ਅਤੇ ਉਹ ਵੀ ਆਪਣੀ ਜ਼ਿੰਦਗੀ ਦੇ ਵਿੱਚ ਕੁਛ ਆਪਣੇ ਪਰਿਵਾਰ ਦਾ ਕੁਛ ਕਰ ਸਕਣ। ਮੈਂ ਦੇਖਿਆ ਉਹ ਕਰਨਾ ਚਾਹੁੰਦੀਆਂ ਨੇ, ਪਰ ਉਹਨਾਂ ਨੂੰ ਦਿਸ਼ਾ ਨਹੀਂ ਹੈਗੀ, ਉਹਨਾਂ ਨੂੰ ਡਾਇਰੈਕਸ਼ਨ ਨਹੀਂ ਹੈਗੀ। ਮੈਂ ਮੇਕ ਇਨ ਇੰਡੀਆ ਦੇ ਉੱਤੇ ਇੱਕ ਆਪਣਾ ਲੈਕਚਰ ਦਿੱਤਾ ਸੀ, ਮੈਨੂੰ ਉਹਦੇ ਵਿੱਚ 2nd ਪ੍ਰਾਈਜ਼ ਵੀ ਮਿਲਿਆ ਉਸ ਆਰਟੀਕਲ ਦੇ ਉੱਤੇ, ਅਤੇ ਉਹ ਮੈਂ ਇਸੇ ਦੇ ਉੱਤੇ ਦੇਖਿਆ ਸੀ ਕਿ ਲਿਖਿਆ ਸੀਗਾ ਕਿ ਅਸੀਂ ਪੇਂਡੂ ਖੇਤਰ ਦੇ ਵਿੱਚ ਔਰਤਾਂ ਨੂੰ ਮੇਕ ਇਨ ਇੰਡੀਆ ਦੇ ਤਹਿਤ ਕਿਸ ਤਰ੍ਹਾਂ ਜੋੜ ਸਕਦੇ ਹਾਂ। ਜੀ ਮੈਮ, ਤੁਸੀਂ 1947 ਦੀ ਵੰਡ ਉੱਤੇ ਵੀ ਬਹੁਤ ਸਾਰਾ ਕੰਮ ਕੀਤਾ ਹੈ, ਇਸ ਬਾਰੇ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ। ਹਾਂਜੀ, ਇਸ ਤਰ੍ਹਾਂ ਹੈ ਕਿ ਮੈਂ ਆਪ ਹੀ ਇਹੋ ਜਿਹੇ ਪਰਿਵਾਰ ਨੂੰ ਬਿਲੋਂਗ ਕਰਦੀ ਹਾਂ ਕਿ ਜਿਹੜਾ ਪਾਕਿਸਤਾਨ ਦੇ ਵੰਡ ਦੇ ਪੰਜਾਬ ਦੀ ਵੰਡ ਦੇ ਟਾਈਮ ਪਾਕਿਸਤਾਨ ਦੇ ਉੱਧਰ ਸੀਗੇ, ਦੂਜੇ ਪਾਸੇ ਸੀਗੇ, ਮਤਲਬ ਵੈਸਟ ਪੰਜਾਬ ਦੇ ਵਿੱਚ ਸੀ, ਅਤੇ ਉੱਧਰੋਂ ਰੁਲੇ ਖੁੱਲੇ ਇੱਧਰ ਆਏ ਨੇ। ਮੇਰੇ ਜਿਹੜੇ ਦਾਦਾ ਜੀ ਸੀ ਉਹ ਤਾਂ ਬਹੁਤ ਵਧੀਆ ਰਹੇ, ਕਿਉਂਕਿ ਉਹ ਸਰਕਾਰੀ ਨੌਕਰੀ ਦੇ ਵਿੱਚ ਸੀ, ਹੈੱਡਮਾਸਟਰ ਸੀ। ਮੇਰੀ ਦਾਦੀ ਵੀ ਸਕੂਲ ਟੀਚਰ ਸੀ। ਉਹਨਾਂ ਨੂੰ ਤਾਂ ਟ੍ਰਾਂਸਫਰ ਹੋ ਗਈ, ਉਹਨਾਂ ਨੂੰ ਉੱਥੇ ਫਿਰੋਜ਼ਪੁਰ ਮਿਲ ਗਿਆ, ਅਤੇ ਉਹਨਾਂ ਨੇ ਫਿਰੋਜ਼ਪੁਰ ਦੇ ਵਿੱਚ ਆ ਕੇ ਆਪਣਾ ਉਹਨਾਂ ਨੂੰ ਹਵੇਲੀ ਮਿਲ ਗਈ, ਉੱਥੇ ਉਹਨਾਂ ਨੇ ਰਹਿਣਾ ਸ਼ੁਰੂ ਕਰਤਾ। ਪਰ ਮੇਰੇ ਜਿਹੜੇ ਨਾਨਕੇ ਸੀ ਉਹਨਾਂ ਦੀ ਉੱਥੇ ਦੁਕਾਨਾਂ ਸੀਗੀਆਂ, ਜ਼ਮੀਨਾਂ ਸੀ, ਅਤੇ ਉਹ ਉਹਨਾਂ ਨੂੰ ਕਲੇਮ ਜਿਹੜੇ ਨੇ ਬਹੁਤੇ ਨਹੀਂ ਮਿਲੇ। ਉਹਨਾਂ ਨੂੰ ਬੜਾ ਸਟਰਗਲ ਕਰਨਾ ਪਿਆ, ਉਹਨਾਂ ਨੇ ਲੋਕਾਂ ਦੇ ਘਰਾਂ ਦੇ ਵਿੱਚ ਉਹਨਾਂ ਨੂੰ ਕੰਮ ਵੀ ਕਰਨਾ ਪਿਆ, ਅਤੇ ਉਹਨਾਂ ਨੇ ਗਹਿਣੇ ਵੀ ਉੱਥੋਂ ਜ਼ਿਆਦਾ ਨਹੀਂ ਚੁੱਕ ਕੇ ਲਿਆ ਸਕੇ, ਥੋੜ੍ਹਾ ਬਹੁਤ ਜਿਹੜਾ ਰਸਤੇ ਦੇ ਵਿੱਚ ਖਾਣ ਪੀਣ ਦਾ ਸਮਾਨ ਸੀ ਉਹ ਹੀ ਲਿਆ ਸਕੇ। ਅਤੇ ਬੜੀ ਮੁਸ਼ਕਿਲਾਂ ਦੇ ਨਾਲ ਫਿਰ ਉਹਨਾਂ ਨੇ ਜਿਹੜੇ ਉਹਨੇ ਰਿਫਿਊਜੀ ਕੈਂਪ ਸੀ ਉਹਦੇ ਵਿੱਚ ਵੀ ਕਈ ਵਾਰੀ ਉਹਨਾਂ ਨੂੰ ਕਈ ਰਾਤਾਂ ਬਿਤਾਉਣੀਆਂ ਪਈਆਂ। ਇਸ ਤੋਂ ਇਹਨਾਂ ਚੀਜ਼ਾਂ ਨੇ ਨਾ ਮੈਨੂੰ ਬੜਾ ਮੋਟੀਵੇਟ ਕੀਤਾ। ਮੈਂ ਫਿਰ ਪਰਸਨਲ ਇੰਟਰਵਿਊਜ਼ ਵੀ ਕਈਆਂ ਦੇ ਲਿੱਤੇ ਨੇ, ਮੈਨੂੰ ਦੱਸਿਆ। ਪਰ ਮੈਂ ਇੱਕ ਗੱਲ ਬੜੀ ਨੋਟ ਕੀਤੀ ਹੈ ਕਿ ਜਿਹੜੇ ਉੱਥੇ ਪਾਕਿਸਤਾਨ ਦੇ ਵਿੱਚ ਜਿਹੜੇ ਲੋਕ ਨੇ, ਮਤਲਬ ਵੈਸਟ ਪੰਜਾਬ ਦੇ ਵਿੱਚ ਜਿਹੜੇ ਮੁਸਲਮਾਨ ਨੇ, ਔਰ ਉੱਥੇ ਜਿਹੜੇ ਹਿੰਦੂ ਉੱਥੋਂ ਮਾਈਗ੍ਰੇਟ ਹੋ ਕੇ ਆਏ ਨੇ, ਕੋਈ ਜ਼ਰੂਰੀ ਨਹੀਂ ਕਿ ਸਾਰੇ ਮੁਸਲਮਾਨਾਂ ਨੇ ਉਹਨਾਂ ਦੇ ਉੱਤੇ ਕੋਈ ਕਤਲੇਆਮ ਕੀਤਾ ਹੈ। ਬਹੁਤ ਸਾਰੇ ਮੁਸਲਮਾਨਾਂ ਨੇ ਲੋਕਾਂ ਦੀ ਮਦਦ ਵੀ ਕੀਤੀ ਹੈ, ਉਹਨਾਂ ਨੂੰ ਉੱਥੋਂ ਸ਼ਿਫਟ ਕਰਨ ਵਾਸਤੇ, ਉਹਨਾਂ ਨੂੰ ਉੱਥੇ ਕੱਢਣ ਵਾਸਤੇ। ਵੀ ਅਸੀਂ ਇਹ ਨਹੀਂ ਕਹਿ ਸਕਦੇ, ਇੱਥੋਂ ਵੀ ਹਿੰਦੂਆਂ ਨੇ ਮਦਦ ਕੀਤੀ ਹੈ। ਮੈਂ ਕਿਸੇ ਦਾ ਇੰਟਰਵਿਊ ਲਿੱਤਾ, ਕੈਥਲ ਦੇ ਕੋਈ ਪਿੰਡ ਦੇ ਸੀਗੇ, ਉਹਨਾਂ ਨੇ ਦੱਸਿਆ ਕਿ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਜਾਓ ਇੱਥੋਂ, ਕਿਉਂਕਿ ਹਾਲਾਤ ਬਹੁਤ ਖ਼ਰਾਬ ਨੇ, ਅਸੀਂ ਤੁਹਾਡੇ ਘਰ ਦਾ ਧਿਆਨ ਰੱਖਾਂਗੇ, ਜਦੋਂ ਹਾਲਾਤ ਠੀਕ ਹੋ ਜਾਣਗੇ ਤੁਸੀਂ ਆਉਣਾ, ਤੁਹਾਡਾ ਸਮਾਨ ਐਜ਼ ਇਟ ਇਜ਼ ਹੀ ਤੁਹਾਨੂੰ ਮਿਲੇਗਾ। ਮਤਲਬ ਮੈਂ ਦੇਖਿਆ ਵੀ ਜਿਹੜੇ ਲੋਕ ਸੀ ਉਹਨਾਂ ਨੂੰ ਰਾਜਨੀਤੀ ਦਾ ਕੋਈ ਸਰੋਕਾਰ ਨਹੀਂ ਹੈ। ਉਹਨਾਂ ਨੂੰ ਸੀ ਵੀ ਅਸੀਂ ਆਪਸ ਵਿੱਚ ਰਹਿ ਰਹੇ ਹਾਂ, ਹਿੰਦੂ ਸੀ, ਮੁਸਲਮਾਨ ਸੀ, ਉੱਧਰ ਮੁਸਲਮਾਨ ਹਿੰਦੂ ਸੀ, ਜਾਂ ਇਸ ਪਾਸੇ ਮੁਸਲਮਾਨ ਹਿੰਦੂ ਸੀ,
ਆਪਸ ਵਿੱਚ ਲੋਕਾਂ ਨੇ ਮਦਦ ਵੀ ਕੀਤੀ ਹੈ ਇੱਕ ਦੂਜੇ ਦੀ। ਇਹ ਗੱਲ ਨਾ ਮੈਨੂੰ ਬਹੁਤ ਹੀ ਅੱਛੀ ਲੱਗੀ ਕਿ ਇਹਦਾ ਮਤਲਬ ਕਿ ਇਹ ਜਿਹੜੀ ਵੰਡ ਹੈ ਇਹਦੇ ਪਿੱਛੇ ਲੋਕਾਂ ਦਾ ਕੋਈ ਉਹ ਨਹੀਂ ਸੀਗਾ। ਇਹ ਜਿਹੜੀ ਵੰਡ ਹੈ ਇਹ ਸਾਰੀ ਰਾਜਨੀਤਿਕ ਸੀਗੀ ਔਰ ਇਹ ਸਾਰੀ ਅੰਗਰੇਜ਼ਾਂ ਦੀ ਉਹ ਕੀਤੀ ਹੋਈ ਸੀ, ਮੈਨੀਪੂਲੇਸ਼ਨ ਸੀਗੀ। ਔਰ ਇਹ ਆਮ ਜਿਹੜੀ ਜਨਤਾ ਹੈ ਉਹਨਾਂ ਨੂੰ ਤਾਂ ਇਸ ਗੱਲ ਦਾ ਪਤਾ ਵੀ ਨਹੀਂ ਸੀਗਾ ਕਿ ਅਸੀਂ ਹੁਣ ਉੱਥੋਂ ਨਿਕਲ ਰਹੇ ਹਾਂ ਅਤੇ ਮੁੜ ਕੇ ਕਦੀ ਅਸੀਂ ਵਾਪਸ ਹੀ ਨਹੀਂ ਜਾ ਸਕਾਂਗੇ। ਮੇਰੇ ਵੀ ਕਈ ਵਾਰੀ ਨਾਨੀ ਜੀ ਦੱਸਦੇ ਸੀ ਕਿ ਸਾਡਾ ਬੜਾ ਦਿਲ ਕਰਦਾ ਕਿ ਅਸੀਂ ਆਪਣਾ ਘਰ ਵੇਖ ਕੇ ਆਈਏ। ਕਿੱਥੋਂ ਵੇਖਣ ਜਾਣਾ ਸੀਗਾ, ਮੁੜ ਕੇ ਤਾਂ ਇਜਾਜ਼ਤ ਹੀ ਨਹੀਂ ਮਿਲੀ ਕਿਸੇ ਨੂੰ, ਜੋ ਕੁਝ ਸੀ ਸਾਰਾ ਉੱਥੇ ਹੀ ਰਹਿ ਗਿਆ। ਸੋ ਉਹਨਾਂ ਨੂੰ ਵੀ ਬੜਾ ਸਟਰਗਲ ਕਰਨਾ ਪਿਆ। ਅਤੇ ਇੱਥੇ ਬਾਕੀ ਲੋਕ ਉਹਨਾਂ ਨੂੰ ਰਿਫਿਊਜੀ ਵੀ ਕਹਿੰਦੇ ਸੀਗੇ, ਉਹਨਾਂ ਨੂੰ ਰਿਫਿਊਜੀ ਦੀ ਨਾਮ ਕਹਿਣਾ ਸ਼ੁਰੂ ਕਰਤਾ। ਆਪਣੇ ਹੀ ਦੇਸ਼ ਦੇ ਵਿੱਚ ਆ ਕੇ ਉਹ ਰਿਫਿਊਜੀ ਬਣ ਗਏ। ਸੋ ਕਿੰਨੇ ਸਾਲੋਂ ਸਾਲ ਉਹ ਇਹ ਰਿਫਿਊਜੀਆਂ ਦੀ ਕੁੜੀ ਹੈ, ਮੈਨੂੰ ਵੀ ਕਹਿ ਦਿੰਦੇ ਸੀ ਇਹ ਰਿਫਿਊਜੀਆਂ ਦੀ ਕੁੜੀ ਹੈ। ਸੋ ਇਹ ਟੈਗ ਜਿਹੜਾ ਹੈ ਨਾ ਇਹ ਬੜਾ ਦਰਦਨਾਕ ਸੀ। ਸੋ ਇਸੇ ਸਟਰਗਲ 'ਚੋਂ ਅਸੀਂ ਨਿਕਲ ਕੇ ਪਰ ਪਰਮਾਤਮਾ ਦਾ ਬੜਾ ਸ਼ੁਕਰ ਹੈ ਕਿ ਸਾਰੇ ਮੇਰੇ ਘਰ ਦੇ ਜਿਹੜੇ ਨੇ ਮੇਰੇ ਨਾਨਕਿਆਂ ਦੇ ਵਿੱਚ ਮਾਮੇ ਮਾਸੀਆਂ ਆਲ ਆਰ ਵੈਲ ਕੁਆਲੀਫਾਈਡ, ਸਾਰੇ ਵੈਲ ਕੁਆਲੀਫਾਈਡ ਔਰ ਚੰਗੇ ਸਾਰੀਆਂ ਨੇ ਸਰਕਾਰੀ ਨੌਕਰੀਆਂ ਦੇ ਵਿੱਚੋਂ ਰਿਟਾਇਰ ਹੋਏ ਨੇ। ਐਮਏ ਤੋਂ ਘੱਟ ਕੋਈ ਪੜ੍ਹਿਆ ਹੀ ਨਹੀਂ ਹੋਇਆ। ਮੇਰੇ ਜਿਹੜੇ ਚਾਚਾ ਜੀ ਨੇ ਉਹ ਵੀ ਏਅਰ ਇੰਡੀਆ ਤੋਂ ਚੀਫ ਮੈਡੀਕਲ ਆਫਿਸਰ ਰਿਟਾਇਰ ਹੋਏ ਨੇ, ਡਾਕਟਰ ਸੀਗੇ, ਏਰੋਨ ਹਸਪੀਟਲ ਦੇ ਵਿੱਚ ਡਾਕਟਰ ਰਹੇ, MD ਰਹੇ। ਅਤੇ ਬੜਾ ਅੱਛਾ ਉਹਨਾਂ ਦਾ ਬਰਥ ਉੱਥੋਂ ਦਾ ਸੀਗਾ, ਪਾਕਿਸਤਾਨ ਦਾ ਬਰਥ ਸੀਗਾ। ਅਤੇ ਸਾਰੇ ਬੜੇ ਵੈਲ ਸੈੱਟ, ਕਿਉਂਕਿ ਇੱਕ ਇਮਾਨਦਾਰੀ ਦੇ ਨਾਲ ਆ ਕੇ ਅਸੀਂ ਇੱਥੇ ਸਾਰਾ ਆਪਣਾ ਸੰਘਰਸ਼ ਕਰਕੇ ਉੱਠ ਕੇ ਸਾਰੇ ਖੜ੍ਹੇ ਹੋਏ ਹਾਂ। ਉਹੀ ਜਿਹੜੀਆਂ ਆਦਤਾਂ ਨੇ ਉਹ ਮੇਰੇ ਅੰਦਰ ਆਈਆਂ ਨੇ ਕਿ ਪਰਿਵਾਰ ਦੀਆਂ ਆਦਤਾਂ ਆਉਂਦੀਆਂ ਨੇ, ਉਹੀ ਸਾਡੇ ਅੰਦਰ ਜੀਨਸ ਹੁੰਦੇ ਆ। ਸੋ ਮੇਰੇ ਬੱਚਿਆਂ ਦੇ ਵਿੱਚ ਵੀ ਉਹਨਾਂ ਨੂੰ ਵੀ ਮੈਂ ਇਹ ਵੈਲਿਊਜ਼ ਦਿੱਤੀਆਂ ਨੇ। ਬਿਲਕੁਲ, ਤੁਹਾਡਾ ਸਾਰਾ ਪਰਿਵਾਰ ਜਿਹੜਾ ਹੈ ਸਿੱਖਿਆ ਦੇ ਖੇਤਰ ਦੇ ਨਾਲ ਜੁੜਿਆ ਹੋਇਆ, ਚਾਹੇ ਉਹ ਤੁਹਾਡੇ ਦਾਦਾ ਦਾਦੀ ਜੀ ਹੋਣ ਜਾਂ ਤੁਹਾਡੇ ਮਾਤਾ ਪਿਤਾ ਹੋਣ, ਤੁਸੀਂ ਹੋਣ ਤੇ ਅੱਗੋਂ ਤੁਹਾਡੇ ਬੱਚੇ ਵੀ। ਅਖੀਰ ਦੇ ਵਿੱਚ ਮੰਜੂ ਵਰਮਾ ਜੀ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਇਹ ਕਹਿਣਾ ਚਾਹਾਂਗੀ ਕਿ ਇੱਕ ਤਾਂ ਮੈਂ ਸਭ ਨੂੰ ਇਹੀ ਮੇਰੀ ਰਿਕੁਐਸਟ ਹੈ, ਸੁਜੈਸ਼ਨ ਵੀ ਹੈ ਕਿ ਆਪਣੀਆਂ ਲੜਕੀਆਂ ਨੂੰ ਚਲੋ ਲੜਕਿਆਂ ਦਾ ਮੈਂ ਨਹੀਂ ਕਹਿ ਸਕਦੀ, ਉਹ ਬੱਚੇ ਲੜਕੇ ਜਿਹੜੇ ਨੇ ਉਹਨਾਂ ਨੂੰ ਜੇ ਉਹਨਾਂ ਦੇ ਨਾਲ ਕੋਈ ਹਾਲਾਤ ਖਰਾਬ ਹੋਣ ਅਤੇ ਮਾਂ-ਬਾਪ ਉਹਨਾਂ ਦੀ ਮਦਦ ਕਰਦੇ ਨੇ। ਲੜਕੀਆਂ ਦੀ ਮਦਦ ਘੱਟ ਹੀ ਕੀਤੀ ਜਾਂਦੀ ਹੈ, ਮੈਂ ਦੇਖ ਰਹੀ ਹਾਂ। ਅਤੇ ਲੜਕੀਆਂ ਨੂੰ ਜ਼ਰੂਰ ਪੜ੍ਹਾਓ ਤਾਂ ਕਿ ਜੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਇਹੋ ਜਿਹਾ ਐਡਵਰਸ ਸਰਕਮਸਟਾਂਸਿਸ ਆਉਣ ਤਾਂ ਉਹ ਆਪਣੇ ਪੈਰਾਂ 'ਤੇ ਖੜੀਆਂ ਹੋ ਸਕਣ, ਉਹਨਾਂ ਨੂੰ ਕੋਈ ਐਕਸਪਲੋਇਟ ਨਾ ਕਰੇ। ਲੜਕੀਆਂ ਨੂੰ ਜ਼ਰੂਰ ਪੜ੍ਹਾਓ ਅਤੇ ਉਹਨਾਂ ਨੂੰ ਅੱਛੀਆਂ ਵੈਲਿਊਜ਼ ਦਿਓ ਤਾਂ ਕਿ ਜਿਹੜੇ ਤੁਹਾਡੇ ਬੱਚੇ ਨੇ ਉਹ ਵੈਲ ਹੋ ਕੇ ਉਹ ਅੱਗੇ ਜਿਹੜੀ ਆਪਣੇ ਇੱਕ ਅੱਛੇ ਸਮਾਜ ਦਾ ਨਿਰਮਾਣ ਕਰ ਸਕਣ ਔਰ ਤੁਹਾਡਾ ਨਾਮ ਰੌਸ਼ਨ ਕਰ ਸਕਣ। ਕਿਉਂਕਿ ਜਿਹੜੇ ਤੁਹਾਡੇ ਬੱਚੇ ਨੇ ਉਹ ਸੋਸਾਇਟੀ ਦੇ ਵਿੱਚ ਉਹ ਤੁਹਾਡਾ ਮਿਰਰ ਨੇ। ਜੋ ਤੁਸੀਂ ਵੈਲਿਊਜ਼ ਦਿਓਗੇ ਉਹ ਸਮਾਜ ਨੂੰ ਜੋ ਦੇਣਗੇ, ਸਮਾਜ ਦੇ ਸਾਹਮਣੇ ਜਿੱਦਾਂ ਗੱਲਬਾਤ ਕਰਨਗੇ, ਉਹ ਤੁਹਾਡੇ ਘਰ ਨੂੰ ਰਿਪਰੈਜ਼ੈਂਟ ਕਰ ਰਹੇ ਨੇ। ਸੋ ਮੈਂ ਲੋਕਾਂ ਨੂੰ, ਪਰਿਵਾਰਾਂ ਨੂੰ ਕਿ ਆਪਣੇ ਬੱਚਿਆਂ ਨੂੰ ਉਹਨਾਂ ਨੂੰ ਸਿੱਖਿਆ ਵੀ ਦਿਓ ਔਰ ਉਹਨਾਂ ਨੂੰ ਅੱਛੀਆਂ ਵੈਲਿਊਜ਼ ਦਿਓ। ਹੁਣ ਜਿੱਦਾਂ ਮੈਂ ਦੇਖ ਰਹੀ ਹਾਂ ਲੜਕੇ ਜੋ ਸਮਾਜ ਦੇ ਵਿੱਚ ਅੱਜ ਚੱਲ ਰਿਹਾ ਹੈ, ਰੇਪ ਕੇਸਿਸ ਹੋ ਰਹੇ ਨੇ, ਈਵ ਟੀਜ਼ਿੰਗ ਹੋ ਰਹੀ ਹੈ, ਮੈਨੂੰ ਇਹ ਲੱਗਦਾ ਵੀ ਕਿਹੜੇ ਪਰਿਵਾਰਾਂ ਦੇ ਬੱਚੇ ਨੇ ਕਿ ਕੀ ਉਹ ਪਰਿਵਾਰ ਦੇ ਮਾਂ-ਬਾਪ ਉਹਨਾਂ ਨੂੰ ਸ਼ਰਮ ਨਹੀਂ ਆਉਂਦੀ ਕਿ ਤੁਹਾਡੇ ਬੱਚੇ ਰੇਪ ਕਰ ਰਹੇ ਨੇ? ਤੁਹਾਡਾ ਸਿਰ ਨੀਵਾਂ ਨਹੀਂ ਹੁੰਦਾ? ਅਤੇ ਉਹਨਾਂ ਨੂੰ ਚਾਹੀਦਾ ਕਿ ਆਪਣੇ ਬੱਚਿਆਂ ਨੂੰ ਤੁਸੀਂ ਵੈਲਿਊਜ਼ ਦਿਓ ਕਿ ਜੇ ਸਾਰੇ ਮਾਂ-ਬਾਪ ਇਹ ਸੋਚਣ ਕਿ ਸਾਡਾ ਬੇਟਾ ਬਾਹਰ ਜਾ ਰਿਹਾ ਹੈ ਅਤੇ ਉਹਨੇ ਜਾ ਕੇ ਬਾਹਰ ਉਹ ਲੜਕੀਆਂ ਨੂੰ ਵੈਲਿਊ ਕਰਨੀ ਹੈ ਅਤੇ ਉਹਨੂੰ ਤੁਸੀਂ ਸਿਖਾਓ, ਪੜ੍ਹਾਓ। ਫਿਰ ਤੁਸੀਂ ਉਹਨੂੰ ਕੀ ਸਮਝਾਇਆ ਜੋ ਬਾਹਰ ਜਾ ਕੇ ਲੜਕੀਆਂ, ਦਲਿਤ ਲੜਕੀ ਨੂੰ, ਜੇ ਤੁਸੀਂ ਦਲਿਤ ਲੜਕੀਆਂ ਨੂੰ ਰੇਪ ਕਰ ਰਹੇ ਹੋ ਫਿਰ ਦਲਿਤ ਲੜਕੀਆਂ ਨਾਲ ਵਿਆਹ ਹੀ ਕਰ ਲਓ। ਵਿਆਹ ਕਿਉਂ ਨਹੀਂ ਕਰ ਸਕਦੇ? ਅਤੇ ਵਿਆਹ ਵੇਲੇ ਤੁਸੀਂ ਕਹਿੰਦੇ ਹੋ ਵੀ ਅਸੀਂ ਆਪਣੀ ਜਾਤ ਬਰਾਦਰੀ ਦੀ ਕੁੜੀ ਨਾਲ ਵਿਆਹ ਕਰਨਾ ਹੈ, ਅਤੇ ਰੇਪ ਕਰਨ ਲੱਗੇ ਤੁਸੀਂ ਕਿਸੇ ਵੀ ਕੁੜੀ ਨੂੰ ਰੇਪ ਕਰ ਦਿੰਦੇ ਹੋ, ਦਲਿਤ ਲੜਕੀ ਨੂੰ ਵੀ ਰੇਪ ਕਰਕੇ ਮਾਰ ਛੱਡਦੇ ਹੋ। ਅਤੇ ਫਿਰ ਜੇ ਤੁਸੀਂ ਉਹਨੂੰ ਰੇਪ ਕਰ ਸਕਦੇ ਹੋ ਤਾਂ ਵਿਆਹ ਵੀ ਕਰ ਲਓ। ਫਿਰ ਕੀ ਕਾਸਟ ਦੇਖਣੀ ਹੈ? ਉਹ ਕੀ ਫਰਕ ਹੈ ਮੈਨੂੰ ਦੱਸੋ। ਅਤੇ ਮੇਰੀ ਮਾਂ-ਬਾਪ ਨੂੰ, ਔਰਤਾਂ ਨੂੰ ਰਿਕੁਐਸਟ ਹੈ, ਮੈਂ ਪੁਰਸ਼ਾਂ ਦੇ ਨਾਲ ਆਰਗੂਮੈਂਟ ਨਹੀਂ ਕਰ ਸਕਦੀ, ਉਹਨਾਂ ਦੀਆਂ ਆਪਣੀਆਂ ਵੈਲਿਊਜ਼ ਨੇ। ਮੈਂ ਇਹ ਔਰਤਾਂ ਨੂੰ ਕਹਿਣਾ ਚਾਹੁੰਦੀ ਹਾਂ ਵੀ ਤੁਸੀਂ ਔਰਤਾਂ ਹੋ, ਹਿੰਦੁਸਤਾਨ ਦੀਆਂ ਔਰਤਾਂ ਨੂੰ ਇਹ ਕਹਿਣਾ ਚਾਹੁੰਦੀ ਹਾਂ ਵੀ ਕਾਨੂੰਨ ਜੋ ਮਰਜ਼ੀ ਹੋਵੇ, ਨਥਿੰਗ ਟੂ ਡੂ ਵਿਦ ਦੀ ਲਾਅ, ਉਹ ਉਹਨਾਂ ਨੇ ਨਿਪਟਣਾ, ਉਹਨਾਂ ਨੇ ਇੰਪਲੀਮੈਂਟ ਕਰਨਾ। ਪਰ ਅਗਰ ਹਰ ਪਰਿਵਾਰ ਦੀ ਔਰਤ ਆਪਣੇ ਬੇਟੇ ਨੂੰ ਕੁੱਟੀ ਦੇ ਵਿੱਚ ਇਹ ਪਿਲਾਵੇ ਕਿ ਬੇਟਾ ਤੂੰ ਬਾਹਰ ਜਾ ਰਿਹਾ ਹੈ, ਤੂੰ ਔਰਤਾਂ ਦਾ ਸਨਮਾਨ ਕਰਨਾ ਹੈ, ਜਿਹੜੀ ਤੂੰ ਲੜਕੀਆਂ ਜਿਹੜੀਆਂ ਬਾਹਰ ਨੇ, ਅਗਰ ਤੇਰੀ ਭੈਣ ਨੂੰ ਜਾਂ ਤੇਰੇ ਘਰ ਦੀ ਔਰਤ ਨੂੰ ਕੋਈ ਰੇਪ ਕਰਦਾ ਹੈ ਫਿਰ ਤਾਂ ਤੂੰ ਤਾਂ ਇਹ ਕਹੇਂਗਾ ਮੈਂ ਮਾਰ ਕੇ ਸੁੱਟ ਦਿਆਂਗਾ।
ਤੇ ਅਗਲੇ ਦਾ ਨਹੀਂ ਦਿਲ ਕਰੇਗਾ ਵੀ ਤੈਨੂੰ ਮਾਰ ਕੇ ਸੁੱਟ ਦਈਏ। ਮੈਨੂੰ ਇਹ ਗੱਲ ਜਿਹੜੀ ਸਮਾਜ ਦੇ ਵਿੱਚ ਮੈਨੂੰ ਬਹੁਤ ਤਰਾਸਦੀ ਦਿੰਦੀ ਹੈ ਕਿ ਅਸੀਂ ਕੀ ਕਰ ਰਹੇ ਹਾਂ, ਇਹੋ ਜਿਹੀ ਸਰਕਾਰ ਨੂੰ ਕੀ ਕਰਨਾ ਹੈ ਜੇ ਤੁਹਾਨੂੰ ਔਰਤਾਂ ਨੂੰ ਪ੍ਰੋਟੈਕਟ ਹੀ ਨਹੀਂ ਕਰ ਸਕਦੀ। ਮੈਂ ਖੁੱਲ੍ਹੇਆਮ ਇਹ ਗੱਲ ਕਹਿ ਰਹੀ ਹਾਂ ਕਿ ਅਸੀਂ ਕਿਹੋ ਜਿਹੀ ਸਰਕਾਰਾਂ ਬਣਾ ਰਹੇ ਹਾਂ, ਕਿਹੋ ਜਿਹਾ ਕਾਨੂੰਨ ਹੈ ਸਾਡਾ ਕਿ ਅਸੀਂ ਔਰਤਾਂ ਨੂੰ ਪ੍ਰੋਟੈਕਟ ਨਹੀਂ ਕਰ ਸਕ ਰਹੇ। ਤੇ ਮੈਂ ਤਾਂ ਸਾਰੇ ਮਾਂ-ਬਾਪ ਨੂੰ, ਮਦਰਸ ਨੂੰ ਇਹੀ ਮੇਰੀ ਇੱਕ ਹੰਬਲ ਰਿਕੁਐਸਟ ਹੈ ਦਿਲ ਤੋਂ ਕਿ ਆਪਣੇ ਤੁਸੀਂ ਬੇਟਿਆਂ ਨੂੰ ਆਪ ਉਹ ਕਰੋ, ਕਿਤੇ ਇਹ ਨਾ ਹੋਵੇ ਕਿ ਇਹੋ ਜਿਹਾ ਵਕਤ ਆ ਜਾਵੇ ਕਿ ਲੋਕ ਕਾਨੂੰਨ ਆਪਣੇ ਹੱਥ ਵਿੱਚ ਲੈਣ ਔਰ ਇਹ ਨਾ ਹੋਵੇ ਕਿ ਤੁਹਾਡੇ ਮੁੰਡਿਆਂ ਦਾ ਅੰਗ ਭੰਗ ਕਰ ਦੇਣ। ਇਹ ਵਕਤ ਆ ਜਾਣਾ, ਕਿਉਂਕਿ ਜੋ ਇਹ ਹਾਲਾਤ ਚੱਲ ਰਹੇ ਨੇ ਨਾ, ਜਿੱਦਾਂ ਇਹ ਰੇਪ ਕੇਸਿਸ ਹੋ ਰਹੇ ਨੇ ਜਾਂ ਜਿੱਦਾਂ ਔਰਤਾਂ ਦੇ ਨਾਲ ਹੋ ਰਿਹਾ ਹੈ, ਕਿਤੇ ਇਹ ਨਾ ਹੋਵੇ ਕਿ ਤੁਹਾਡੇ ਬੇਟਿਆਂ ਦੀ ਨਾਮੋ ਨਿਸ਼ਾਨ ਲੋਕੀ ਮਿਟਾ ਦੇਣ। ਤੇ ਆਪਣੇ ਤੁਸੀਂ ਬੱਚਿਆਂ ਨੂੰ ਵੀ ਬਚਾ ਲਓ, ਆਪਣੇ ਬੇਟਿਆਂ ਨੂੰ ਬਚਾ ਲਓ। ਇਹ ਕੋਈ ਬੜੀ ਤੁਸੀਂ ਤੁਹਾਡੇ ਖੰਭ ਥੋੜ੍ਹਾ ਨਾ ਲਾਤਾ, ਤੁਹਾਡੇ ਉਹਨੂੰ ਤੁਹਾਡੀ ਇੱਜ਼ਤ ਤਾਰ-ਤਾਰ ਕਰ ਦਿੱਤੀ, ਤੁਹਾਡੀ ਵੀ ਤਾਂ ਮਾਂ-ਬਾਪ ਦੀ ਇੱਜ਼ਤ ਵੀ ਤਾਂ ਤਾਰ-ਤਾਰ ਹੋਈ। ਤੇ ਵੈਸੇ ਉਹ ਮੂੰਹ ਤੇ ਪੱਟੀ ਜਦੋਂ ਬੰਨ੍ਹ ਲੈਂਦੇ ਨੇ ਨਾ ਮੁੰਡੇ, ਜਦੋਂ ਉਹਨਾਂ ਨੂੰ ਪਕੜ ਕੇ ਲੈ ਕੇ ਅਰੈਸਟ ਕਰਕੇ ਲੈ ਕੇ ਜਾਂਦੇ ਨੇ, ਤੇ ਵੀ ਤੁਸੀਂ ਮੂੰਹ ਤੇ ਬੰਨ੍ਹਣ ਕਿਉਂ ਦਿੰਦੇ ਹੋ? ਉਹਨਾਂ ਨੂੰ ਕਹੋ ਖੁੱਲ੍ਹੇ ਮੂੰਹ ਦਿਖਾਓ ਕਿ ਅਸੀਂ ਰੇਪ ਕੀਤਾ, ਦੱਸੋ ਤਾਂ ਸਹੀ ਸਮਾਜ ਨੂੰ ਕਿ ਅਸੀਂ ਇਹ ਕੁਕਰਮ ਕੀਤਾ। ਇਹ ਬੜਾ ਬਹੁਤ ਹੀ ਦੁਖਦਾਈ ਹੈ। ਇਹ ਸਾਡੇ ਸਮਾਜ ਦੇ ਉੱਤੇ ਇੱਕ ਬਹੁਤ ਵੱਡਾ ਕਲੰਕ ਹੈ। ਚਾਹੇ ਛੋਟੀ ਬੱਚੀ ਹੈ ਉਹਨੂੰ ਵੀ ਰੇਪ ਕਰ ਦਿੰਦੇ ਨੇ, ਵੱਡੀ ਔਰਤ ਹੈ ਉਹਨੂੰ ਵੀ ਰੇਪ ਕਰ ਦਿੰਦੇ ਨੇ। ਸਾਡੀ ਔਰਤ ਸੁਰੱਖਿਅਤ ਹੀ ਨਹੀਂ ਹੈ। ਸੋ ਇਹ ਜਿਹੜੀਆਂ ਗੱਲਾਂ ਨੇ ਨਾ, ਇਹ ਪੜ੍ਹਾਈ ਦੇ ਨਾਲ ਇਹ ਜਿਹੜੀਆਂ ਮੋਰਲ ਵੈਲਿਊਜ਼ ਨੇ, ਮੈਂ ਕਹਿੰਦੀ ਹਾਂ ਸਕੂਲ ਦੇ ਵਿੱਚ ਮੋਰਲ ਵੈਲਿਊਜ਼ ਵੀ ਸਿਖਾਈਆਂ ਜਾਣ। ਸਾਡੇ ਟਾਈਮ ਸਕੂਲ ਦੇ ਵਿੱਚ ਟੀਚਰਸ ਵੈਸੇ ਬੜੇ ਸਟ੍ਰਿਕਟ ਹੁੰਦੇ ਸੀਗੇ। ਟੀਚਰਸ ਤਾਂ ਹੁਣ ਵੀ ਸਟ੍ਰਿਕਟ ਬਣਨਾ ਚਾਹੁੰਦੇ ਨੇ, ਪਰ ਹੁਣ ਜਿਹੜੇ ਪੇਰੈਂਟਸ ਨੇ ਨਾ, ਉਹ ਕਹਿੰਦੇ ਨੇ ਸਾਡੇ ਬੱਚਿਆਂ ਨੂੰ ਡਾਂਟਿਓ ਨਾ, ਸਾਡੇ ਬੱਚਿਆਂ ਨੂੰ ਹੱਥ ਨਹੀਂ ਲਾ ਸਕਦੇ ਤੁਸੀਂ। ਫਿਰ ਅਸੀਂ ਆਪ ਹੀ ਗਲਤ ਕੰਮ ਕਰ ਰਹੇ ਹਾਂ। ਸਾਨੂੰ ਤੇ ਡੰਡੇ ਮਾਰਦੇ ਸੀ ਸਾਡੇ ਟੀਚਰ, ਅਗਰ ਸਵਾਲ ਗਲਤ ਕਰਦੇ ਸੀ, ਫੱਟੀ ਲਿਖਦੇ ਸੀਗੇ। ਮੇਰੇ ਕੋਲ ਤਸਵੀਰਾਂ ਹੈਗੀਆਂ ਫੱਟੀ ਵਾਲੀਆਂ, ਮੈਂ ਫੱਟੀ ਲਿਖ ਰਹੀ ਹਾਂ, ਅਤੇ ਉਹ ਡੰਡੇ ਮਾਰਦੇ ਸੀ ਜੇ ਅਸੀਂ ਗਲਤ ਕਰਦੇ ਸੀ, ਕੁਝ ਸ਼ਰਾਰਤ ਕਰਦੇ ਸੀ, ਡੰਡੇ ਮਾਰਦੇ ਸੀ। ਹੁਣ ਤੁਸੀਂ ਬੱਚਿਆਂ ਨੂੰ ਕੁਝ ਕਹਿ ਹੀ ਨਹੀਂ ਸਕਦੇ, ਤੁਸੀਂ ਡਾਂਟ ਵੀ ਨਹੀਂ ਸਕਦੇ। ਬੱਚਾ ਘਰ ਆ ਕੇ ਰੋਂਦਾ ਆ ਜਾਂਦਾ ਵੀ ਮੈਨੂੰ ਟੀਚਰ ਨੇ ਡਾਂਟਿਆ, ਮੇਰੀ ਬੇਇੱਜ਼ਤੀ ਕਰਤੀ। ਸੋ ਅਸੀਂ ਆਪ ਹੀ ਇਹੋ ਜਿਹੇ ਸਮਾਜ ਦਾ ਨਿਰਮਾਣ ਕਰ ਰਹੇ ਹਾਂ ਜਿਹਦੇ ਵਿੱਚ ਵੈਲਿਊਜ਼ ਅਸੀਂ ਆਪਣੇ ਆਪ ਖਤਮ ਕਰ ਰਹੇ ਹਾਂ। ਸੋ ਮੈਂ ਐਜ਼ ਏ ਪ੍ਰੋਫੈਸਰ, ਰਿਟਾਇਰਡ ਪ੍ਰੋਫੈਸਰ, ਐਜ਼ ਐਨ ਐਜੂਕੇਸ਼ਨਿਸਟ, ਮੇਰੀ ਇਹ ਸਮਾਜ ਨੂੰ ਰਿਕੁਐਸਟ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਸੰਭਾਲੀਏ, ਇੱਕ ਅੱਛੇ ਸਮਾਜ ਦਾ ਨਿਰਮਾਣ ਕਰੀਏ। ਚਾਹੇ ਤੁਹਾਡਾ ਬੇਟਾ ਹੈ, ਚਾਹੇ ਮੇਰਾ ਬੇਟਾ ਹੈ, ਤੁਹਾਡੀ ਬੇਟੀ ਹੈ ਜਾਂ ਮੇਰੀ ਬੇਟੀ ਹੈ, ਸਾਡੀ ਇੱਜ਼ਤ ਸਭ ਦੀ ਸਾਂਝੀ ਹੈ। ਸੋ ਇਹ ਮੈਂ ਏਕਮ ਚੈਨਲ ਦੇ ਦਰਸ਼ਕ ਜਿਹੜੇ ਮੈਨੂੰ ਸੁਣ ਰਹੇ ਨੇ, ਮੈਂ ਉਹਨਾਂ ਨੂੰ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਦੱਸੀਆਂ ਨੇ। ਮੈਨੂੰ ਆਸ ਹੈ ਕਿ ਤੁਸੀਂ ਮੇਰੀ ਇਸ ਗੱਲ ਨੂੰ ਠੀਕ ਸਮਝੋਗੇ ਤੇ ਕੋਈ ਅਗਰ ਜਿਹੜੇ ਲੋਕ ਅਮਲ ਕਰ ਸਕਦੇ ਨੇ, ਜ਼ਰੂਰ ਇਸ ਗੱਲ ਦੇ ਉੱਤੇ ਅਮਲ ਕਰ। ਮੈਮ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਕੀਮਤੀ ਸਮਾਂ ਤੇ ਤੁਸੀਂ ਵੀ ਆਪਣਾ ਦਿੱਤਾ ਤੇ ਮੈਂ ਤੁਹਾਡੀ ਬਹੁਤ ਬਹੁਤ ਥੈਂਕਫੁਲ ਹਾਂ ਕਿ ਤੁਸੀਂ ਏਕਮ ਚੈਨਲ ਦੀ ਬਹੁਤ ਬਹੁਤ ਥੈਂਕਫੁਲ ਹਾਂ ਕਿ ਤੁਸੀਂ ਮੈਨੂੰ ਮੌਕਾ ਦਿੱਤਾ ਕਿ ਮੈਂ ਆਪਣੇ ਵਿਚਾਰ ਪ੍ਰਗਟ ਕਰ ਸਕਾਂ। ਤੇ ਮੈਂ ਏਕਮ ਚੈਨਲ ਦੇ ਸਾਰੇ ਦੇਖਣ ਵਾਲੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਕਿ ਤੁਸੀਂ ਮੈਨੂੰ ਸੁਣਦੇ ਹੋ, ਲਾਈਕ ਕਰਦੇ ਹੋ ਤੇ ਮੈਨੂੰ ਵੀ ਹੌਸਲਾ ਮਿਲਦਾ ਕਿ ਮੈਂ ਆਪਣੇ ਵਿਚਾਰ ਜਿਹੜੇ ਹੈ ਉਹ ਅੱਗੇ ਤੋਂ ਅੱਗੇ ਆਪਣੇ ਵਿਚਾਰ ਜਿਹੜੇ ਨੇ ਉਹ ਪ੍ਰਗਟ ਕਰਾਂ। ਥੈਂਕ ਯੂ ਸੋ ਮਚ। ਥੈਂਕ ਯੂ ਜੀ ਦਰਸ਼ਕੋ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਮਿਲਾਇਆ ਸੀ ਡਾਕਟਰ ਮੰਜੂ ਵਰਮਾ ਹੋਰਾਂ ਦੇ ਨਾਲ, ਜਿਨ੍ਹਾਂ ਨੇ ਆਪਣੇ ਜ਼ਿੰਦਗੀ ਦੇ ਸੰਘਰਸ਼ ਬਾਰੇ ਦੱਸਿਆ। ਉੱਥੇ ਹੀ ਉਹਨਾਂ ਨੇ ਸਮਾਜ ਨੂੰ ਵੀ ਸੇਧ ਦੇਣ ਦੀ ਕੋਸ਼ਿਸ਼ ਕੀਤੀ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਉਹਨਾਂ ਦੀਆਂ ਗੱਲਾਂ ਬਾਤਾਂ ਉੱਤੇ ਅਮਲ ਕਰੋਗੇ ਤੇ ਵਧੀਆ ਜ਼ਿੰਦਗੀ ਜਿਉਣ ਦੀ ਕੋਸ਼ਿਸ਼ ਕਰੋਗੇ। ਇਸੇ ਆਸ ਦੇ ਨਾਲ ਮੈਨੂੰ ਦਮਨਪ੍ਰੀਤ ਨੂੰ ਦਿਓ ਆਗਿਆ। ਧੰਨਵਾਦ।